कह दिया। देखें राणा साहब किधर गए हैं, राणा साहब देखें ये किस चीज़ को तलाश कर रहे हैं। अल्लाह की पनाह चाहते हैं हम इनके शर से, किस चीज़ की तलाश में है ये। ज़हरसुल भाई मौजूद हो? कल एक वीडियो क्लिप मेरे सामने आया मौलाना खादम रिजवी का, कहते ने मेरी दाढ़ी चिट्टी हो गई है, आज तक मैं ताइफ का किस्सा नहीं बयान किया अपनी जुबान में, करन ही नहीं होंदा मेरे को। लेकिन मिर्जाइयां दे घर बच्चा पैदा होंदा है तो उन्होंने ये गल्लां सिखाईयां जांदियां ने, ਇਹ ਚੀਜ਼ਾਂ ਉਹਦੇ ਜ਼ਿਹਨ 'ਚ ਪਾਈਆਂ ਜਾਂਦੀਆਂ ਨੇ। ਨਬੀ अलैहिस्सलातु वस्सलाम ਜਦੋਂ ਤਾਇਫ ਗਏ ਤੇ ਇਹ ਵਾਕਿਆ ਹੋਇਆ, ਜਦੋਂ ਅਬੂ ਜਹਿਲ ਨੇ ਲਿਆ ਕੇ ਕੰਡ ਤੇ ਉਹ ਜਿਹੜੀ ਰੱਖੀ ਤੇ ਇਹ ਵਾਕਿਆ ਹੋਇਆ, ਜਦੋਂ ਉਹ ਨਬੀ ਪਾਕ ਦੇ ਨਾਲ ਇਹ ਜਿਹੜੀ ਗੱਲ ਪੇ ਕਰਦੇ ਨੇ ਪਹਿਲੀ ਵਹੀ ਵਾਲਾ ਮਾਮਲਾ ਹੋਇਆ, ਨਬੀ ਪਾਕ ਨੂੰ ਯਕੀਨ ਨਾ ਆਇਆ ਮਾਜ਼ ਅੱਲਾ, ਤੇ ਨਬੀਆਂ ਨੇ ਇਸ ਤਰ੍ਹਾਂ ਹੀ ਸਾਰਿਆਂ ਨੇ ਬਤਦਰੀਜ ਆਪਣੇ ਦਾਅਵੇ ਵਧਾਏ ਨੇ। ਇਹ ਕੀ ਤਲਾਸ਼ ਕਰ ਰਹੇ ਨੇ? ਇਹ ਤਲਾਸ਼ ਕਰ ਰਹੇ ਨੇ ਕਿ ਜਿਸ ਤਰ੍ਹਾਂ ਮਿਰਜ਼ਾ ਸਾਹਿਬ ਨੇ ਪਹਿਲਾਂ ਦਾਵਾ ਨਬੂਵਤ ਕੀਤਾ, ਫਿਰ ਉਹਨੂੰ ਛੱਡਿਆ, ਫਿਰ ਉਹਦਾ ਇਨਕਾਰ ਕੀਤਾ ਕਿ ਲੋਕ ਨਾਰਾਜ਼ ਨਾ ਹੋ ਜਾਣ, ਫਿਰ ਦਾਵਾ ਕੀਤਾ, ਫਿਰ ਹੌਲੀ ਹੌਲੀ ਪਹਿਲਾਂ ਮੁਜੱਦਦ, ਫਿਰ ਮਸੀਹ, ਫਿਰ ਨਬੂਵਤ ਦਾ ਦਾਵਾ। ਹਾਂਜੀ ਇਹ क्या नबी पाक ने भी इंज किया माज़ अल्लाह? ए तलाश पे करते नहीं किन्ने मैं कदों लफज ना तो मैं लफज बोले ने ते ना मौलाना खादम रिजवी ने लफज बोले ने कि मना बयान करना। गल ते अपनी अपनी मुहब्बत और अकीदत दी है कि जिथे नुकसान पहुंचे आवे, जिथे तकलीफ पहुंची आवे, ओनू याद करन ते किदा दिल करदा है। लेकिन वो अपने शौक से गए बयान कतल करवा दिता हजूर ने, और नाल ते हजूर दी पर्सनैलिटी नू काफी नुकसान पहुंचदा है कि एडा जुल्म कि बंदे नू बख्शिया ही नहीं। हाँ जी ਇਹ ਨਹੀਂ ਮੈਂ ਕਿਹਾ ਪਰਸਨੈਲਿਟੀ, ਮੈਂ ਪਰਸਨੈਲਿਟੀ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਨਹੀਂ ਕੀਤੀ। ਮੈਂ ਇਹ ਕਿਹਾ ਕਿ ਜਿੱਥੇ ਨੁਕਸਾਨ ਪਹੁੰਚਿਆ ਹੋਵੇ, ਜਿੱਥੋਂ ਤਕਲੀਫ ਪਹੁੰਚੀ ਹੋਵੇ ਨਾ, ਮੇਰੀ ਦਊ ਤਰੋਂ ਬੀਵੀਆਂ 'ਚੋਂ ਇੱਕ ਬੀਵੀ ਐਸੀ ਹੈ ਜਿਹਨੂੰ ਅਮੂਮਨ ਉਹ ਗੱਲਾਂ ਯਾਦ ਕਰਵਾਉਣ ਦਾ ਨਾ ਮੈਨੂੰ ਸ਼ੌਕ ਹੈ। ਉਹ ਅਮੂਮਨ ਫੋਨ ਤੇ ਮੈਨੂੰ ਇਹੀ ਕਹਿੰਦੀ ਹੈ, ਉਹ ਪਿਛਲੇ ਸਾਲ ਅੱਜ ਦੀ ਤਰੀਕ ਫਲਾਣਾ ਵਾਕਿਆ ਹੋਇਆ ਸੀ, ਫਲਾਣੇ ਦਿਨ ਪਿਛਲੇ ਸਾਲ ਇਹ ਹਫਤੇ ਇਹ ਕੰਮ ਚੱਲ ਰਿਹਾ। ਤੇ ਮੈਂ ਕਹਿੰਦਾ ਜਿਹੜਾ ਵਕਤ ਅਗਰ ਅੱਛਾ ਨਹੀਂ ਗੁਜ਼ਰਿਆ ਉਹਨੂੰ ਦੁਹਰਾਉਣ ਦਾ ਤੈਨੂੰ ਕੀ ਮਜ਼ਾ ਆਉਂਦਾ? ਤੈਨੂੰ ਕਿਉਂ ਨਹੀਂ ਇਹ ਗੱਲ ਤੇਰੇ ਦਿਮਾਗ 'ਚ ਪੈਂਦੀ ਕਿ ਜਿਹੜਾ ਤਕਲੀਫ ਵਾਲਾ ਗੁਜ਼ਰਿਆ ਹੋਵੇ ਦੌਰ ਜਾਂ ਪੀਰੀਅਡ, ਉਹਨੂੰ ਦੁਹਰਾਉਣ ਤੇ ਨਹੀਂ ਦਿਲ ਕਰਦਾ, ਉਹਨੂੰ ਭੁਲਾਉਣ ਤੇ ਦਿਲ ਕਰਦਾ। ਤੂੰ ਉਹਨੂੰ ਦੁਹਰਾਉਣ ਦੀ ਕੋਸ਼ਿਸ਼ ਕਰਦੀ ਰਹਿਣੀ ਹਰ ਵੇਲੇ ਕਿ ਫਲਾਣੀ ਤਰੀਕੇ ਇਹ ਕੰਮ ਹੋਇਆ, ਫਲਾਣੀ ਤਰੀਕੇ ਇਹ ਕੰਮ ਹੋਇਆ, ਫਲਾਣੀ ਤਰੀਕੇ ਉਹ ਫਲਾਣੇ ਦਾ ਆਪਰੇਸ਼ਨ ਹੋਇਆ। ਜਿਹੜਾ ਪੈਨਸ਼ਨ ਦਾ ਵਾਕਿਆ ਉਹਦੇ ਦੁਆਨ ਦਾ ਕਿਹੜਾ ਵਾਕਿਆ? ਪੈਨਸ਼ਨ ਦਾ ਨਹੀਂ, ਪੈਨਸ਼ਨ ਦੇ ਵਿੱਚ ਮਿਰਜ਼ਾ ਸਾਹਿਬ ਨੂੰ ਨੁਕਸਾਨ ਤੇ ਨਹੀਂ ਪਹੁੰਚਾਇਆ ਗਿਆ, ਮਿਰਜ਼ਾ ਸਾਹਿਬ ਨੇ ਨਫਾ ਖੱਟਿਆ ਉਹਦੇ ਚੋਂ। ਅੱਛਾ ਨਫੇ ਵਾਲਾ ਕੰਮ ਸੀ ਨਾ, ਉਹ ਤੇ ਨੁਕਸਾਨ ਵਾਲਾ ਨਹੀਂ ਸੀ। ਅਗਰ ਨੁਕਸਾਨ ਹੋਇਆ ਹੁੰਦਾ, ਮਿਰਜ਼ਾ ਸਾਹਿਬ ਦਾ ਅੰਮ੍ਰਿਤਸਰ ਵਾਲਾ ਵਾਕਿਆ ਜਿਹਦੇ ਚ ਉਹ ਆਂਦੇ ਨੇ ਵੱਟੇ ਵੁੱਟੇ ਵੱਜੇ ਸੀ, ਇਹ ਚਾਹ ਪੀਣ ਲੱਗ ਪਏ ਸੀ ਉੱਥੇ ਰੋਜ਼ਿਆਂ ਦੇ ਵਿੱਚ, ਤੇ ਉਹ ਨੁਕਸਾਨ ਵਾਲਾ ਵਾਕਿਆ, ਉਹ ਤੁਸੀਂ ਆਖੋ ਕਿ ਸਾਡਾ ਦੁਹਰਾਉਣ ਤੇ ਨਹੀਂ ਦਿਲ ਕਰਦਾ। ਕਾਸ਼ ਉੱਥੇ ਮਿਰਜ਼ਾ ਸਾਹਿਬ ਪਬਲਿਕ ਦੇ ਵਿੱਚ ਚਾਹ ਨਾ ਪੀਂਦੇ, ਬਿਹਤਰ ਸੀ ਕਿ ਕਿਰੇ ਸਾਡੇ ਕੁਛ ਹੋ ਕੇ ਪੀ ਲੈਂਦੇ, ਬਾਅਦ ਚ ਪੀ ਲੈਂਦੇ। ਤਕਰੀਰ ਦੇ ਦੌਰਾਨ ਕਿਹੜੀ ਲੋੜ ਸੀ ਚਾਹ ਪੀਣ ਦੀ? ਤੇ ਇਹ ਵੀ ਗੱਲ ਹੈ, ਉਹ ਦੌਰਾਨ ਤੇ ਨਹੀਂ। ਇਹ ਵੀ ਗੱਲ ਹੈ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਤਾਇਫ ਦੀ ਬਾਤ ਨੂੰ ਖਾਸ ਨਾ ਜਾਣੇ, ਸ਼ਾਇਦ ਉਹ ਬਾਤ नबी करीम सल्लल्लाहु अलैहि वसल्लम ने हाँ बिल्कुल ठीक है ਤੁਹਾਡਾ ਅੰਦਰ ਮੈਂ ਕਰਨਾ ਜ਼ਾਹਿਰ ਹੈ ਕੱਢਣਾ ਬਰਾ। ਅੱਲਾਹ ਦੇ ਨਬੀ ਸੱਲੱਲਾਹੁ ਅਲੈहि वसल्लम ने ਤਾਇਫ ਸੁਣੋ ਨਾ ਮੌਕਾ ਤੇ ਦਿਓ, ਸੁਣੋ ਤਾਂ ਸਹੀ ਨਾ। हजरत गल ते सुनो ना, सोड़े ते ना पवो। नहीं सोड़े नबी करीम मामे खां बनोगे ना। अच्छा नहीं मामे खान नहीं जी बनते जी, ठीक है जनाब। नबी करीम सल्लल्लाहु अलैहि वसल्लम ने ताइफ विच पत्थर खादे ने अल्लाह दी तौहीद बयान करन तू, अल्लाह दी वहदानियत बयान करन दी वजह तू। मिर्जा साहब ने अमृतसर च वट्टे खादे ने रोजे च चाह पीन दी वजह तू। किथे मेहरे अली, किथे तेरी सना, गुस्ताख किया किथे जा लड़ियां ने, कहीं की ईंट कहीं का रोड़ा, भानमती ने कुंभा जोड़ा। क्या कैसी दलील ते कैसी मिसाल जोड़ी जे जमील साहब? सुभान अल्लाह। डीपी सही करो, अगर रसूल डीपी सही करो। तो रसूल ने अगर खुदा दी खातिर कुर्बानी की ते ओ तो बयान करी, शर्म की
ਉਹ ਤੇ ਬੜੇ ਫਖਰ ਦੀ ਗੱਲ ਹੈ। ਫਿਰ ਆਪਣਾ ਮੋਦੀ ਸਾਹਿਬ ਜਿਹੜੇ ਨੇ ਤੁਹਾਡੇ ਆਪਣਾ ਰਿਜ਼ਵੀ ਸਾਹਿਬ ਉਹ ਕਿਉਂ ਨਹੀਂ ਬਿਆਨ ਕਰਦੇ? ਔਰ ਰਹਿਮਤ ਸਾਹਿਬ ਉਹ ਫਰਮਾ ਰਹੇ ਨੇ ਕਿ ਉਹਨਾਂ ਨੂੰ ਮਤਲਬ ਦਿਲ ਨਹੀਂ ਕਰਦਾ ਜਿਹੜੀ ਭਾਵੇਂ ਨਾਲ ਕੋਈ ਇਹੋ ਜਿਹੀ ਗੱਲ ਨੂੰ ਬਿਆਨ ਕਰਨ ਦੀ। ਇਹਦੇ ਵਿੱਚ ਸ਼ਰਮ ਵਾਲੀ ਕਿਉਂ ਗੱਲ ਆ? ਉਹਨਾਂ ਨੇ ਕਿਹੜਾ ਕਿਹਾ ਰਾਣਾ ਸਾਹਿਬ ਤੁਹਾਨੂੰ ਗੁੱਸਾ ਚੜ ਜਾਣਾ, ਤੁਸੀਂ ਚੁੱਪ ਕਰ ਜਾਓ। ਰਾਣਾ ਸਾਹਿਬ ਤੁਹਾਨੂੰ ਗੁੱਸਾ ਚੜ ਜਾਣਾ, ਤੁਸੀਂ ਚੁੱਪ ਕਰ ਜਾਓ। ਤੁਸੀਂ ਚੁੱਪ ਕਰ ਜਾਓ। ਜ਼ਿਆਰ ਸੁਲ ਭਾਈ ਗੱਲ ਕਰਨਗੇ ਜੇ ਆ ਕੇ। ਜਮੀਲ ਸਾਹਿਬ ਗੱਲ ਹੈ। ਮਰਾਸੀ ਵਾਲੀਆਂ ਜਿੱਤਾਂ ਜਿਹੜੀਆਂ ਸਾਡੀ ਮਿਹਰਬਾਨੀ ਨਾ ਮਾਰਿਆ ਕਰੋ, ਰਾਤ ਨੂੰ ਵਹਾਇਆ ਕਰੋ। ਰਾਣਾ ਸਾਹਿਬ ਤੁਸੀਂ ਤੁਹਾਨੂੰ ਮੋਡਰੇਟਰ ਬਣਾ ਦੇਣਾ, ਤੁਸੀਂ ਇਹਨਾਂ ਨੂੰ ਥੱਲੇ ਲਾ ਦਿਆ ਜੇ ਜਿਸ ਵੇਲੇ ਤੁਹਾਡੇ ਕੋਲ ਬਰਦਾਸ਼ਤ ਨਾ। ਲੇਕਿਨ ਮੈਂ ਆਪ ਹੀ ਲਾ ਤੁਸੀਂ ਗੁੱਸੇ ਚ ਆ ਕੇ ਕੋਈ ਗੱਲ ਐਸੀ ਨਾ ਕਰ। ਮੈਂ ਆਪ ਹੀ ਜਾ ਨਹੀਂ ਰਾਣਾ ਸਾਹਿਬ ਨੂੰ ਇੱਧਰ ਨਹੀਂ, ਇਹਦੇ ਤੇ ਉਂਝ ਗੌਰ ਕਰਿਓ, ਇਹਦੇ ਤੇ ਗੌਰ ਕਰਿਓ, ਇਹਦੇ ਤੇ ਗੌਰ ਕਰਿਓ ਜਮੀਲ ਸਾਹਿਬ ਕਿ ਤੁਹਾਨੂੰ ਬਚਪਨ ਤੋਂ ਲੈ ਕੇ ਇਹ ਗੱਲਾਂ ਕਿਉਂ ਜ਼ਿਹਨ ਚ ਪਾਈਆਂ ਜਾਂਦੀਆਂ ਨੇ, ਤੇ ਜਿਹੜੀਆਂ ਪੋਜ਼ਿਟਿਵ ਗੱਲਾਂ ਜਾਂ ਜਿੰਨਾ ਇਹ ਜਿਹੜੇ ਜਿਹਦਾ ਮੈਂ ਜ਼ਿਕਰ ਕੀਤਾ ਤੁਹਾਨੂੰ ਨਹੀਂ ਪਤਾ, ਸਾਨੂੰ ਕਦੇ ਕਿਸੇ ਨੇ ਨਹੀਂ ਸੁਣਾਇਆ। ਨਹੀਂ ਪੜਿਆ ਵੇ, ਸੁਣਿਆ ਵੇ, ਗੱਲ ਇਹਦੇ ਚ ਕੋਈ ਸ਼ੱਕ ਨਹੀਂ। ਲੇਕਿਨ ਮੈਂ ਇੱਕ ਗੱਲ ਤੁਹਾਨੂੰ ਮਿਸਾਲ ਦਿੱਤੀ ਹੈ ਕਿ ਜਿਨ੍ਹਾਂ ਨੂੰ ਨਬੀ ਦੀ ਜ਼ਾਤ ਨਾਲ ਪਿਆਰ ਹੈ ਉਹਨਾਂ ਦਾ ਦਿਲ ਨਹੀਂ ਕਰਦਾ ਉਹਨੂੰ ਬਿਆਨ ਕਰਨ ਤੇ ਕਿ ਸਾਡੇ ਨਬੀ ਨੂੰ ਅੱਲਾ ਦੀ ਤੌਹੀਦ ਵਾਸਤੇ ਬੇਸ਼ੱਕ ਉਹਨਾਂ ਨੇ ਪੱਥਰ ਮਾਰੇ, ਲੇਕਿਨ ਨਬੀ ਦੀ ਉਸਵਾ ਹਸਨਾ ਤੇ ਨਹੀਂ ਚੱਲਣਾ। ਬਸ ਕੋਈ ਨਾ ਕੋਈ ਪੁਆਇੰਟ ਕਰਨੇ ਸੀ, ਸਾਨੂੰ ਬੜਾ ਪਿਆਰ ਹੈ ਇਹਦੇ ਚ ਉਸਵਾ ਹਸਨਾ ਦਾ ਕਿੱਥੋਂ ਜ਼ਿਕਰ ਆ ਗਿਆ? ਦੱਸੋ ਕਿ ਨਬੀ ਨੂੰ ਮੁਹੱਬਤ ਕਰਦੇ ਆਪਣੀ ਪਹਿਲੀ ਕੁੜੀ ਨੂੰ ਕਿੰਨੇ ਸਾਲ ਹੋਏ ਨੇ? ਕੀ ਹੋਇਆ? ਆਪਣੀ ਪਹਿਲੀ ਕੁੜੀ ਨੂੰ ਕਿੰਨੀ ਦੇਰ ਹੋ ਗਈ ਨਹੀਂ ਮਿਲੇ, ਮੁਲਾਕਾਤ ਨਹੀਂ ਕੀਤੀ ਉਹਨਾਂ ਨਾਲ। ਮੈਂ ਤਾਂ 20 ਸਾਲ। ਹਾਂਜੀ ਹਾਂਜੀ, ਕਿੱਥੇ ਗਏ? ਮੁਲਾਕਾਤ ਮਾਫ ਕਰ ਦੇ ਤੇ ਯਹਾਂ ਫੁਰਸਤ ਲੈ ਲੈ ਮੇਰੇ ਕੋਲ, ਮੈਂ ਵਿਆਹ ਹੋਰ ਕਰਨਾ ਹੈ। ਹਾਂ 20 ਸਾਲ ਅਜ਼ਦਵਾਜੀ ਹਕੂਕ ਉਹਦੇ ਅਦਾ ਨਹੀਂ ਕੀਤੇ। ਹਸੰਡੇ ਉਹ ਕਰਦੇ ਸ਼ਰਮ ਤੇ ਡੁੱਬ ਮਰਨਾ ਚਾਹੀਦਾ। ਹਸੰਡੇ ਉਹ ਕਰਦੇ ਸ਼ਰਮ ਤੇ ਡੁੱਬ ਮਰਨਾ ਚਾਹੀਦਾ। ਇਹ ਤੇ ਫਿਰ ਮਿਰਜ਼ਾ ਸਾਹਿਬ ਨੂੰ ਪਹਿਲਾਂ ਮਿਰਜ਼ਾ ਸਾਹਿਬ ਨੂੰ ਪਾਣੀ ਫਰਾਹਮ ਕਰੋ। ਉਹ ਕਿਸ ਤਰ੍ਹਾਂ? 20 ਸਾਲ ਤੱਕ ਮਿਰਜ਼ਾ ਸਾਹਿਬ ਨੇ ਹੁਰਮਤ ਬੀਬੀ ਦੇ ਅਜ਼ਦਵਾਜੀ ਹਕੂਕ ਅਦਾ ਨਹੀਂ ਕੀਤੇ। ਉਹਨੂੰ ਆਖਿਆ ਵੀ ਤੂੰ ਜਾਂ ਮੇਰੇ ਕੋਲੋਂ ਅਜ਼ਦਵਾਜੀ ਹਕੂਕ ਮਾਫ ਮੈਨੂੰ ਕਰ ਦੇ ਤੇ ਜਾਂ ਮੇਰੇ ਕੋਲ ਤਲਾਕ ਲੈ ਲੈ। ਮੈਂ ਨੁਸਰਤ ਜਹਾਂ ਬੇਗਮ ਨਾਲ ਵਿਆਹ ਕਰ ਲਿਆ। ਆ ਤੇ ਹੁਰਮਤ ਬੀਬੀ ਜਦੋਂ ਮਿਰਜ਼ਾ ਸਾਹਿਬ ਵਿਆਹ ਕਰਨ ਗਏ ਨਾ ਦਿੱਲੀ, ਉਹਨਾਂ ਨੇ ਆ ਕੇ ਨਾ ਜਾ ਯਾਰ। ਹੁਰਮਤ ਬੀਬੀ ਨੇ ਤੁਹਾਡੀ ਭੈਣ ਸੀ ਉਹ ਗੱਲ ਤਾਂ ਸੁਣ। ਹੁਰਮਤ ਬੀਬੀ ਉਹਨੇ ਫਿਰ ਅਜ਼ਦਵਾਜੀ ਹਕੂਕ ਮਾਫ ਕਰ ਦਿੱਤੇ ਸਨ ਕਿ ਮਿਰਜ਼ਾ ਸਾਹਿਬ ਨੂੰ ਬੁਲਾਉਂਦੀ ਸੀ। ਉਹ ਬੁੱਢੀ ਹੋ ਗਈ ਸੀ ਅਜ਼ਦਵਾਜੀ ਹਕੂਕ ਦੀ, ਉਹਨੂੰ ਹੁਣ ਜ਼ਰੂਰਤ ਨਹੀਂ ਸੀ। ਜਦ ਤੱਕ ਉਹਨੂੰ ਜ਼ਰੂਰਤ ਸੀ ਉਨੀ ਦੇਰ ਤੱਕ ਤੇ ਮਿਰਜ਼ਾ ਸਾਹਿਬ ਇਹ ਵੀ ਨਹੀਂ ਉਹਨੂੰ ਆਖਿਆ। ਤੇ ਹਜ਼ਰਤ ਸੌਦਾ ਉਨੀ ਦੇਰ ਤੱਕ ਮਿਰਜ਼ਾ ਸਾਹਿਬ ਇਹ ਵੀ ਨਹੀਂ ਆਖਿਆ ਕਿ ਅਜ਼ਦਵਾਜੀ ਹਕੂਕ ਮਾਫ ਕਰ ਦਿਓ। ਉਨੀ ਦੇਰ ਤੱਕ ਮਿਰਜ਼ਾ ਸਾਹਿਬ ਸਿਆਲਕੋਟ ਗਏ, ਇੱਧਰ ਗਏ, ਉਧਰ ਗਏ, ਦਿੱਲੀ ਗਏ, ਚੰਡੀਗੜ੍ਹ ਗਏ। ਫੈਸਲ ਭਾਈ ਉੱਤੇ ਆ ਜਾਓ, ਮੈਂ ਜ਼ਰਾ ਗੱਡੀ ਤੇਲ ਪਾਉਣ ਵਾਸਤੇ ਥੱਲੇ ਉਤਰਨਾ, ਆ ਜਾਓ ਤੁਸੀਂ ਉੱਤੇ। ਰਸੂਲ ਅੱਲਾਹ ਨੇ ਵੀ ਕਿਸੇ ਆਪਣੀ ਉਮਹਾਤੁਲ ਮੋਮਿਨੀਨ ਦੇ ਜਿਹੜੇ ਹਕੂਕ ਕੋ ਮਾਫ ਕਰਵਾਏ ਸਨ ਕਿ ਨਹੀਂ? ਅਸਤਗਫਿरुल्लाह। ਮੈਂ ਪੁੱਛਿਆ ਅਸਤਗਫਿरुल्लाह ਦੀ ਕੀ ਹਾਲ ਹੈ, ਦੱਸੋ ਮੈਨੂੰ। ਆਮਰ ਭਾਈ ਮੈਂ ਥੱਲੇ ਜਾਣਾ ਜੀ, ਚੁੱਕਣਾ ਚੁੱਕ ਲਓ, ਮੈਂ ਥੱਲੇ ਜਾ ਰਿਹਾ, ਤੁਸੀਂ ਚੁੱਕ ਲਓ ਜਿਹਨੂੰ ਚੁੱਕਣਾ ਪਲੀਜ਼, ਤੁਸੀਂ ਨਾ ਜਾਓ ਥੱਲੇ। ਅੱਛਾ ਠੀਕ ਹੈ। ਫੈਸਲ ਭਾਈ ਤੁਸੀਂ ਉੱਤੇ ਆ ਜਾਓ ਜਰਾ। ਫੈਸਲ ਭਾਈ ਤੁਹਾਡੇ ਨਾਲ ਗੱਲ ਕਰਦੇ, ਮੈਂ ਗੱਡੀ ਤੇਲ ਪਾਣਾ, ਮੈਂ ਥੱਲੇ ਜਰਾ ਉਤਰਨਾ। ਤੁਸੀਂ ਤੇਲ ਪਾ ਕੇ ਵਾਪਸ ਆ ਜਾਓ, ਮੈਂ ਤੁਹਾਡੇ ਨਾਲ ਵੀ ਗੱਲ ਕਰਾਂਗਾ। ਸਿਰਫ ਮੇਰੇ ਨਾਲ ਕਰਨਾ ਪਸੰਦ ਕਰਦੇ। ਠੀਕ ਹੋ ਗਿਆ। अस्सलाम वालेकुम वरहमतुल्लाह। हवाला दे देते हैं इनको जो तेल तूल पा ले, ताकि तसल्ली के साथ सुन लें, खुद जाके अपनी किताबों में खोल कर देख लें। और हज़रत सौदा की मिसाल देना बिल्कुल ही इररिलेटिव है, क्योंकि हज़रत सौदा ने खुद अपनी बारी नबी। यार रहमत बाबा आपने सुनना है सर, आपने कहा मैं पेट्रोल डाल रहा हूँ, आप पेट्रोल डालें, पेट्रोल डालते हैं आप क्यों फोन इस्तेमाल कर रहे हैं? सारा पेट्रोल पंप उड़ा के आग लगानी है आपने।
او ایک فیصل تو صاحب ویسے ہی تہاڈا آپ لوگ بھرا گلان ڈیا غیر میں شرعی گھر کام بھی بیٹھا کرتے ہیں، اوپر او سے میرے غیر بھرا قانونی بھی۔ میں گھر بیٹھا ہے پیٹرول میں نہیں سٹیشن کے پٹرول اوپر پہ جمیل بھرتا او صاحب بھائی فون جان میں استعمال نہیں پٹرول کرنا نہیں چاہیے، بھرتا آپ ساری عوام الناس کے لیے خطرے کا باعث بن رہے ہیں، اپنی تے چلیں، آپ کی جان کی او کوئی آپ کو یار پرواہ نہیں ہے۔ ایویں کلن ڈیا میں پٹرول نہیں اچھا میں جب بھرتا آپ میرے بول لیں گے بھرا نا پہ ختم بھرتا کر لینا، پھر میں بولوں گا، ہم سن رہے ہیں آپ کی، چلے بولے 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 بولتے او جائیں۔ بھائی جان میرے محترم میں عرض کر رہا ہوں میں نہیں پٹرول ڈال رہا، میں تو گھر ہوں میں بیٹھا ہوں، وہ آپ کا بھائی پٹرول ڈال رہا ہے یار، میں تو گھر اچھا میں نہیں، بیٹھا آپ نے کہا نا کہ چلو کر لیں، اگر آپ سننے کے لیے تیار ہے تو میں آپ کو بتا دیتا ہوں حوالہ مرزا صاحب کے اپنے ہوں۔ دیکھیں بیٹے میں قمر نے تو الانبیاء حضرت جن کو سودا آپ کہتے ہیں، میں نے میں بشیر نے تو الدین حضرت میں بشیر نے تو احمد ایم حضرت اے سودا صاحب کا کا ہے، اور روایت کی راوی بھی جو ہیں وہ آپ کی ام المومنین، آپ کی ام المومنین جناب نصرت جہاں صاحبہ ہیں، اور اس او واقعے یار کو وہ بات بیان تو کرتی ہیں، سنو، اس کی لیکن ریلیشن کوئی حضرت سودا کے ساتھ بنتا نہیں ہے، کیونکہ میں نے تو حضرت حضرت سودا سودا کا جو ہیں نام بھی انہوں نے نہیں خود لیا، نبی کریم صلی اللہ علیہ وسلم او کو، بھائی میں نے حضرت سودا کا نام بھی نہیں لیا، میں نے تو پوچھا ہے، میں نے تو سوال کیا ہے، میں نے حضرت سودا کا نام لیا ہے کوئی جی امہات جی نہیں، المومنین؟ آپ نے بالکل لیا ہے، آپ نے بالکل استغفر، لیا ہے، نام تو لیا ہے آپ نے، میں اوپر آیا ہوں، نہیں تو مجھے کیا ضرورت تھی، آپ میں نے تو مثال کیا دینا ہے چاہ رہے ہیں حرمت بی استغفر بی کی اللہ حضرت سودا کے ساتھ، وہ العظیم بالکل استغفر ریلیٹو اللہ، مثال ہے، میں نے کیونکہ کہا حضرت ہے سودا جو ہیں ان کو تو نبی کریم صلی اللہ علیہ وسلم نے تو نہیں کہا میں تمہیں طلاق دے دیتا ہوں، یہ کر دیتا ہوں، یہ تو مرزا صاحب نے استغفر، اپنی بیوی کو کہا ہے کہ میں طلاق دے دیتا ہوں کیونکہ میں نے نئی شادی کرنی ہے، چھپ کے آپ کرنی ہے، پہلے تو آپ کو آپ پتا بھائی شادی بھی جان، چھپ کے ہوئی ہے، اوے آپ بھائی صاحب جو ہے نا وہ نبی کریم صلی اللہ علیہ وسلم نے کبھی چھپ چھپا کے شادی نہیں کی، جس اچھا طرح مرزا صاحب نے کی ہے نا جا کے، اس طرح نبی کریم صلی اللہ علیہ وسلم کی کوئی شادی اس طرح کی نہیں ہے۔ اچھا جی اچھا جی، میں ہوں میں میرے محترم بات یہ ہے کہ تسی ایویں تتے توے تے بہ گئے ہو، میں نے امن نذیر صاحب کو کہا ہے کہ کوئی امہات المومنین ایسی تھیں کہ جن کا جنہوں نے معاف رسول اللہ نے ان کے ازدواجی جو حقوق تھے معاف کیے ہیں، تو انہوں نے کہا جی لا حول ولا قوت الا باللہ، میں نے نبی تو کریم حضرت صلی سودا اللہ کا علیہ وسلم نے نام بھی نہیں کسی لیا۔ کو، نبی کریم صلی اللہ علیہ وسلم نے نہ کسی سے معافی مانگی ہے، نہ کسی کے حقوق میں کوئی بھی کوتاہی رکھی ہے، یہ اسی لیے انہوں نے لا حول ولا قوت پڑھا ہے۔ اچھا جی، تو لا حول ولا سوال پوچھنے پہ لا حول ولا قوت کیوں پڑھنے کی ضرورت ہے؟ بھائی آپ بڑا معیوب سوال پوچھ رہے ہیں نا، ایک کیسے؟ ایسا سوال پوچھ رہے ہیں جس کی کہ وہ بات آپ جو کر رہے ہیں، دیکھیں گالی دینے کے طریقہ بتایا بشیر الدین محمود صاحب نے، کہ گالی دینے کے لیے ضروری نہیں ہے کہ آپ کسی کو سٹریٹ کہیں کہ رحمت بابا بہت غلیظ آدمی ہے، میں گالی دینے کا طریقہ یہ بھی کہہ سکتا ہوں کہ احمد سلطان کہتا ہے کہ رحمت بابا بہت غلیظ آدمی ہے، ٹھیک ہے، مطلب بات تو وہی ہے، لیکن میں اپنا نام کاٹ کے احمد سلطان کا نام لگا دیتا ہوں، ٹھیک ہے، تو یہی کام آپ کر رہے ہیں اس سوال کے اندر، اچھا اس کہ طرح کے سوال سوال آپ نہیں اس طرح پوچھنے کر رہے چاہیے، ہیں کہ نبی کریم نہیں صلی نہیں اللہ علیہ وسلم ٹھہریں، کی شان کے اوپر اور حرف ٹھہرو نا بھی بھائی آتا ہے، جان، اور یہ مرزا صاحب کا جو کنیکشن ہے وہ کوئی آپ کرنا چاہ رہے ہیں ان کے ساتھ، جبکہ بات ایسی نہیں ہے، او اس کے بھائی بعد صاحب بالکل برعکس ہے، اس یہاں طرح پہ کے مرزا سوال، صاحب معافیاں مانگ رہے ہیں، نبی کریم صلی اللہ علیہ وسلم نے کسی سے او معافی نہیں بھائی مانگی، یہ تم نہ ہی کسی کے حق ادا کرنے میں، حق زوجیت ادا کرنے میں کوئی کوتاہی کی ہے، ہاں مرزا صاحب نے کی ہے اور معافیاں بھی مانگی ہوئی ہیں، اور بعد میں کہا ہوا ہے کہ یا تو اچھا مزے کی آپ کو بات بتاؤں، رحمت بابا مرزا صاحب جو ہیں انہوں نے 23 سال یہ جو لکھا ہوا ہے حق زوجیت ادا نہیں کیا، اس کی وجہ آپ کو پتا ہے؟ اس کی وجہ پتا آپ کو؟ اب وہ میوٹ ہی لگا لیا انہوں نے، میوٹ ہی لگ گیا میرے بھائی کا، جب مرزا صاحب کا ذکر مرزا شروع ہوتا ہے تو ہماری قادیانی جماعت کے دوست جو ہیں ان کے اوپر ایک قسم کا سختہ بلکہ موت ہی طاری ہو جاتی ہے، پتہ نہیں یہ کیا چکر ہے۔ رحمت بابا انمیوٹ کریں، بہت آپ پہلے بات کے اندر دخل دے رہے تھے، ابھی مرزا صاحب کا میں نے شروع کیا قصہ تو آپ ساتھ ہی میوٹ لگا لیا سر۔ روزہ نہ رکھنے کی وجہ وہ بھی بتائی ہوئی ہے بشیر احمد ایم اے صاحب نے، انہوں نے تو بتایا نہ کبھی روزہ رکھا، نہ کبھی امامت کرائی، نہ کبھی زکوٰۃ دی، نہ حج کیا، نہ اعتکاف کیا، بلکہ رمضان کے روزے بھی نہیں رکھے انہوں نے شوگر کے بعد، اور رمضان کے علاوہ کبھی نفلی روزہ بھی نہیں رکھا۔ مرزا صاحب کی تو بہت ساری خاصیتیں ہمارے پاس، جو اسلام کے 5 فنڈامنٹل ارکان ہیں نا، توحید کا تو میں آپ کو دکھا چکا ہوں مرزا صاحب کی توحید کیا ہے، وہ کہتے ہیں میری توحید کے 2 حصے ہیں، ایک اللہ کی اطاعت اور ایک انگریز گورنمنٹ کی جس نے ہمیں ظالموں کے شر سے پناہ دی ہے، توحید تو ان کی آپ نے دیکھ لی ہوئی ہے، اور جو ان کی رسالت کا اقرار ہے وہ بھی آپ جانتے ہیں کہ مرزا صاحب نے نعوذ باللہ کہا جی میں ہی محمد ہوں، تو ان کی وہ بھی دے، باقی جو ارکان رہ گئے ہوئے ہیں حج، روزہ، زکوٰۃ، نماز بھی ان کی آپ جانتے ہیں
کس قسم کی ان کی نماز کی کیفیت بیان کی گئی ہوئی ہے، نماز کا خشوع و خشوع میری پروفائل کے اوپر موجود ہے، وہ بھی آپ جانتے ہیں۔ اور اس کے علاوہ سیرت المہدی میں قاضی یار محمد صاحب جو ہیں وہ کس طرح برکتیں حاصل کرتے تھے، چھلانگ مار کے آتے تھے، صفحے پھلاند کے آتے تھے، وہ بھی موجود ہے۔ تو مطلب مرزا صاحب کی زندگی تو ایک کھلی کتاب ہے جس کی کہ تمام اسلامی شعار کے خلاف ہی آپ کو تربیت اور عمل نظر آئے گا، وہ تو ایسی کوئی چیز نہیں ہے۔ لیکن آپ اپنا ایگزیکٹ سوال جو ہے رحمت بابا، وہ آپ اس کے اوپر واپس آئیں۔ آپ کا سوال تھا کیا کبھی نبی کریم صلی اللہ علیہ وسلم نے اپنی کسی ازواج المطہرات میں سے امہات المومنین میں سے کسی کے ساتھ حق زوجیت ادا کرنے میں کوئی کوتاہی کی ہے یا معافی مانگی ہے؟ تو میرے بھائی اس کا جواب ہے نو، سمپل، اس کا جواب ہے نو۔ اس کے اوپر آپ نے خود نام لیا حضرت سودا رضی اللہ عنہ کا، اس میں بھی آپ غلطی کے کوتاہی کے اوپر ہیں۔ نبی کریم صلی اللہ علیہ وسلم نے نہ اس حق میں کوتاہی کی ہے اور نہ ہی ان سے کوئی معافی مانگی ہے، بلکہ انہوں نے خود نبی کریم صلی اللہ علیہ وسلم کو یہ اجازت دی ہے کہ کیونکہ میں بوڑھی خاتون ہوں اور حضرت عائشہ جوان خاتون ہے اور حضرت حفصہ جو ہیں وہ ماشاءاللہ جوان خاتون ہے، تو ان کا حق حضرت سودا نے اپنے خود اشتہاد کے اندر کہ بھئی میرے تو آپ صلی اللہ علیہ وسلم جو آتے ہیں میرے پاس تشریف لاتے ہیں، وہ میرے پاس آپ کا زیادہ ٹائم گزر چکا ہے، یہ نئی بیویاں آئی ہیں، ان کی تھوڑی تربیت کریں، ان کو تھوڑا دین۔ آپ کیا سمجھتے ہیں نبی کریم صلی اللہ علیہ وسلم 52 سال کے بعد ان کی جو شادیاں ہو رہی ہیں وہ کو نعوذ باللہ مرزا صاحب کی طرح تو ان کی شادیاں نہیں ہیں نا، کہ محمدی بیگم کے بارے میں کبھی خیالات، کبھی اور کسی کے بارے میں خیالات، اس طرح کی تو شادیاں نہیں ہیں نا۔ نبی کریم صلی اللہ علیہ وسلم کی تو ساری شادیاں اللہ کے حکم سے ہیں اور تربیت کے لیے ہیں، کہ بعد میں جب نبی کریم صلی اللہ علیہ وسلم کا اس دنیا سے رابطہ ختم بھی ہو جائے تو یہ ہماری امہات المومنین نبی کے صلی اللہ علیہ وسلم کے وہ واقعات اور وہ حالات جو گھر کے اندر ہوتے ہیں، رات کی تنہائی میں ہوتے ہیں، یا اپنے بیوی کے ساتھ اپنے بندوں کا تعلقات کس طرح ہونے چاہیے، صلہ رحمی کس طرح ہونے چاہیے، گھر کے اندر معاملات میں ہیلپ کس طرح ہونی چاہیے، یہ تمام چیزیں ہمیں بتانے کے لیے کہ ہم اپنی بیویوں کی کس طرح ہیلپ کریں، کس طرح ان کی مدد کریں دوسری کرنے کے لیے، نبی کریم صلی اللہ علیہ وسلم کی جتنی ازواج مطہرات امہات المومنین ہیں انہوں نے اپنے واقعات حدیث کی صورت میں ہمیں بتائے ہیں جن سے ہمیں ملتے ہیں۔ لیکن مرزا صاحب کا اس کے بالکل برعکس ہے۔ مرزا صاحب نے تو، آپ معاف کریں، اللہ معاف کرے مجھے، اللہ معاف کرے، جو خیالات لکھے ہوئے ہیں، محمدی بیگم جس طرح ان کو خوابوں میں دکھائی گئی ہوئی ہیں، جالی والے کپڑے پہن کے، یہ چیزیں آپ کدھر کی مثال کدھر دے رہے ہیں سر؟ کدھر کی مثال کدھر دے رہے ہیں؟ بندہ فیصل زندہ بھائی کر کے گزر گیا۔ اچھا یار رحمت بابا، آپ تھوڑا سوال اپنا بتائیں، اب آپ کا کیا ہے؟ میں آپ کے لیے حوالہ کھول کے بیٹھا ہوا، میں لگا کے پڑھنا چاہتا ہوں، لیکن وہ میں پڑھ دوں گا، آپ کہیں گے یہ میرا سوال نہیں ہے، فیصل اس بھائی لیے آپ مجھے السلام بتائیں علیکم۔ آپ کا سوال کیا ہے؟ آپ نے فیصل ایک بھائی گل السلام کہی علیکم۔ کہ جی سارا تو جماعت احمدیہ کھلی کتاب آپ نے سنا دی ہے، جی کو رہ گئی ہے اور تو وہ بھی فیصل سنا بھائی دو، میں السلام مزید علیکم۔ انتظار کر لیتا ہوں۔ فیصل صاحب سن رہے ہیں پیرستانی میری بھائی بات؟ کیا؟ الحمدللہ۔ دیکھیں میرے بھائی، ہم لوگ ہو جاتے ہیں جذباتی۔ رحمت بابا کو کھل کے اپنا سوال کرنے دیجئے، کھل کے ان کے سوال کو سمجھیے، پھر جواب دے دیجئے۔ اگر ان کو اشکال ہے کسی حدیث پر تو ان کے ذمہ ہے کہ یہ دیکھو حدیث ہے، اس میں یہ بات لکھی ہوئی ہے، پھر آپ اس کا جواب دے دیجئے، بس اتنی سی بات ہے نا بھائی۔ دیکھیں رحمت بھائی نے جو بات شروع ہوئی تھی وہی کے بارے میں نے پہلے کیا کہہ دیا تھا، اور بارات کے بارے میں نے کہہ دیا تھا کہ بہت ساری باتیں اس میں پڑھا نہ ہو جائے۔ مجھے معلوم ہے کہ یہ سوال کیوں کی جاتی ہے، کیونکہ میں اس کو سن چکا ہوں۔ اب ضروری نہیں کہ میں بتا دوں کہ یہ ہے تو وہ ہے پلانا ہے، اس لیے میں نے ان کو نمبر بتا دیا کہ آپ پڑھ لیجئے، بات ختم ہو گئی۔ رحمت بابا نے جو سوال کیا میں نے بعین ہی ان کو کہا کہ دیکھو یہ 2 حدیثیں ان کو پڑھ لیجئے، آپ کا کیا اعتراض ہے وہ اعتراض لائیے، اس پہ ہم بات کر سکتے ہیں۔ اب اگر رحمت بابا کا کوئی اور سوال ہے، کوئی اور اعتراض ہے، کوئی اور اشکال ہے، وہ اس کو کلا ڈلا پیش کریں اس ثبوت کے ساتھ، دیکھو یہ ہے ثبوت، یہ دیکھ لیجئے، اس پہ ہم بات کرتے ہیں، بس اتنی سی بات ہے۔ بھئی آپ اس کو کلا ڈلا بولنے نہیں دے رہے، اس کو کلا ڈلا بولنے دیجئے، بات ہی ختم۔
میں معافی چاہتا ہوں، میرے سے کوتاہی ہو گئی پھر سے۔ چلیے میں آپ کی بات کے اوپر عمل کرتے ہوئے رحمت بابا کو موقع دیتا ہوں کہ وہ کھل ڈل کے سوال کریں۔ آ جاؤ ہاں، جناب۔ اپنا سوال کریں، اور جو اعتراض ہے، اعتراض کیا ہے؟ سوال ہے، ہلکا پھلکا جواب دے دیا، ختم۔ اس میں کوئی اعتراض ہے تو اعتراض کریں، اور اس اعتراض کا ثبوت پیش کریں کہ دیکھو یہ بات لکھی ہوئی، یہ ہے اعتراض میرا۔ بس اتنی سی بات ہے۔ اللہ گلہ کرنے سے کیا فائدہ ہے بھائی؟ اللہ گلہ کرنے سے کوئی فائدہ نہیں۔ کل بات ہو رہی تھی یہ احمدیوں سے جو بنے ہوئے تھے قرآنسٹ، سمجھ رہے ہیں؟ تو انہوں نے بھی یہی حرکت کی کہ نبی علیہ الصلوۃ والسلام معاذ اللہ برہنہ طواف کرتے تھے، قیامت کی صبح تک کوئی احمدی پیش نہیں کر سکتا۔ ہم نے کہا پیش کیجئے۔ جب پیش کیا مسئلہ ہی کچھ اور ہے، پھر ان کی ہنسی نکل گئی۔ میں نے کہا ایسی ہی ہنسی نکل جاتی ہے۔ اعتراض کیا ایک اور حدیث پہ کہ جو ہے وہی نبی علیہ الصلوۃ والسلام نہیں، جس کو بھی خواب آتا ہے وہ نہیں وہی بن جاتا ہے، تمہاری حدیث میں لکھا ہے، تمہاری حدیث میں جس کو خواب آ گیا نبی بن گیا۔ ہم نے کہا پیش کیجئے، پیش نہیں کر پائے۔ پیش وہ کیا کہ نبوت کے 46 حصے ہیں، خواب بھی نبوت کے اجزاء میں سے ایک جز ہے۔ اب کہا کہ بتاؤ ایک ایک کر کے ہم گنیں گے۔ ہم نے کہا پہلے وہ جھوٹ تو تم نے بولا ہے کہ جو خواب دیکھتا ہے وہ نبی ہے، خوابیں تو ہم دیکھتے ہیں، ہم نے تو دعویٰ نہیں کیا، سمجھ رہے ہیں؟ تو بھائی جو اعتراض کیا جاتا ہے فضول، اپنی طرف سے اس کو کہیے کہ وہ پیش کیجئے، موجود ہوگا بھائی ہم ماننے کے لیے تیار ہیں، اگر موجود نہیں ہوگا پھر ہنسی نکل جائے گی، ہی کریں گے انشاءاللہ۔ یہ بات ہے، آرام سے آپ ان کے ساتھ چلیے۔ ہم لوگوں کا مصیبت یہ ہے، مشکل یہ ہے کہ ذرا سا بات نکل گیا بس ہلا گلا، جذبہ ایمان کا بھئی ہے، ہمیں بھی کوفت ہوتا ہے جھوٹ بول کے نبی پیر علیہ صاحب میرے سے السلام۔ تھوڑی جذبات میں کوتاہی ہو گئی، میں معافی چاہتا ہوں۔ جی اچھا، رحمت آپ بابا، ان کو آپ نے فل پیر اجازت صاحب کی دیجئے، بات سنی؟ وہ کون سی حدیث ہے، کیا اعتراض ہے، پیش کیجئے بس۔ جی پیر صاحب، میں نے اعتراض تو آپ کے ساتھ کوئی نہیں کیا تھا۔ میں نے تو جو گامدی صاحب کی وہ رانا صاحب بات کر رہے تھے تو میں نے تو اس سے سوال کیا تھا، اور آپ نے جب حدیث کا بتا دیا تو میں نے تو آگے کہا جی ٹھیک ہے، اگر نہیں اس کے اوپر حدیث کا پورا ذخیرہ خاموش ہے ورقہ بن نوفل والی بات کے اوپر، تو ٹھیک ہے، سمجھ آ گئی، اور آپ نے کہا کہ یہ حدیث آپ پڑھ لیں، میں نے کہا جزاک اللہ جی، ختم کر دی۔ ٹھیک ہے رحمت صاحب، یہ میں ام نے تو کوئی المؤمنین اعتراض سودا، ام المؤمنین سودا رضی اللہ عنہا، اس پہ کیا اشکال ہے آپ کو؟ میں نے تو فیصل صاحب پہ کوئی شکال نہیں کیا، اور نہ میں نے کوئی اعتراض کیا۔ وہ آمن نذیر صاحب سے بات ہو رہی تھی، جی اور وہ کہیں بات لے گئے کہ انہوں نے اپنی بیوی کو، آمن نذیر صاحب کی 2 بیویاں ہیں، اچھا ٹھیک ہے، میرے 3 ہیں ویسے، ماشاء آپ اللہ کو بتا دو۔ 4 بھی جی جی، رکھ دیں، کوئی فرق نہیں پڑتا۔ ایک کی گنجائش تو ہے۔ جی آگے۔ تو وہ ایک بیوی کو جو پاکستان میں ہے، اس کو پتہ نہیں 20 سال یا 21 سال سے گئے ہی نہیں ہے، گھر ملے ہی نہیں ہے، بھئی موضوع سخن رامن نذیر صاحب تو نہیں ہے نا؟ اور یہی تھا موضوع سخن۔ اچھا، سودا رضی اللہ عنہا، ان کے ابھی بارے آپ میں بات آپ، سنیں گے کہ نہیں یار؟ آپ دوسروں کو تو بڑی تلقین کرتے ہیں کہ بات نہیں کر۔ نہیں، میں معذرت خواہ ہوں، ہاں جی، آپ بات معذرت، کیجئے۔ معذرت ایکسیپٹیڈ۔ جزاک اللہ۔ وہ بات کر رہے تھے تو میں نے کہا یہ تو بہت بڑا ظلم ہے، اسوہ حسنہ کے خلاف ہے کہ آپ کو اتنے سال ہو گئے ہیں، آپ نے ایک عورت کو باندھ کے رکھا ہوا ہے اور آپ اٹلی میں موج کر رہے ہیں۔ جی تو کہتے ہیں کہ جی حق زوجیت کی بات کر رہے ہو، تو مرزا صاحب نے بھی تو حرمت بی بی کو 20 سال اس کے پاس نہیں گئے، تو انہوں نے اس طرف ٹرن دے دی بات کو، جی تو اس کو حق زوجیت جو ہے اس کو معاف کر دیے۔ تو میں نے کہا رسول اللہ کی زندگی میں بھی کوئی ایسی بات ہے کہ آپ نے کسی امہات المومنین سے حق زوجیت معاف کروایا ہو یا کیا ہو؟ میں نے اتنی صرف بات کی ہے۔ نہیں، انہوں نے کہا ہمارے لا حول ولا قوت الا باللہ، سبحان اللہ ماشاء اللہ۔ اور پھر نہیں ساتھ دیکھیں، انہوں نے کہا جی کہ میں ذرا پیٹرول ڈالنے لگا ہوں، تو میں بعد میں فیصل بھائی بات کرے، فیصل بھائی اچھا پٹانو مٹی کا تیل لا کے نہ تے آ گئے میرے اچھا، سامنے۔ رحمت بھائی سن لیجئے، آپ کی بات مکمل ہو گئی یا نہیں؟ نہیں ابھی نہیں ہوئی۔ اچھا ٹھیک ہے۔ تو فیصل صاحب جو ہیں وہ پٹانو مٹی کا تیل لا کے نہ تے آ گئے جی،
اور جو آپ اس حضرت سودا رضی اللہ تعالیٰ عنہ کی بات کر رہے ہیں، مرزا صاحب کا مقابلہ، مرزا صاحب نے جو کیا، انہوں نے 52 سال کی عمر میں شادی کی، محمدی بیگم کی خواب آئی، انہوں نے جالی والے کپڑے پہنے ہوئے ہیں، انہوں نے روزے نہیں رکھے، نماز نہیں پڑھی، جماعت نہیں کرائی، انہوں نے پورے جتنے انہوں نے رد قادیانیت کی کتاب سے پڑھا ہوا تھا نا مولانا حسان علیہ زین کی، وہ سارا ادھر نہ الٹی کر دی، وومٹ کر دی، میں چوپ کر کے سنتا رہا ہوں. تو میں نے کسی قسم کا کوئی اعتراض نہیں کیا تھا، نہ میرا اعتراض ہے. مجھے پتہ ہے رسول اللہ کی شان اور ان کی اسوہ حسنہ، تو مجھے ایکسپلین کرنے کی ضرورت نہیں ہے. جزاک اللہ، دیٹس اٹ. اگر تو آپ کی اجازت ہو جی اگر آپ کی اجازت ہو میں چھوٹا سا اقتباس پڑھ کے دوستوں کو سنا دوں، پھر اگر آپ بات نہیں جاری وہ رکھیں تو تاکہ لوگوں نہیں کو پتا ہو کہ یہاں کوئی پر مسئلہ کرنے نہیں. کی کیا کوشش کی جا رہی ہے. نہیں وہ ٹھیک ہے، دیکھیں تھوڑی سی مجھے بات کرنے دیجئے. دیکھیں ام المؤمنین سودا رضی اللہ عنہا کی کوئی حق تلفی نبی علیہ السلام کے ذریعے نہیں ہوئی. وہی ہیں جو دوسرے ازواج مطہرات ہیں، گھر ہے، نان نفقہ ہے، پاس بھی جاتے ہیں، سارا کچھ ہے. لیکن آپ یہ جانتے ہیں نا میرے بھائی کہ ایک ایج ایسا آتا ہے خاتون کا کہ ازواجی تعلقات کی خواہش ان کو نہیں رہتی اور نہ ان کے ساتھ کی جاتی ہے. جب یہ اسٹیج ام المؤمنین سودا رضی اللہ عنہ کا بن گیا، خود انہوں نے کہا کہ میں تو بوڑھی ہوں، میں اپنی باری خود آپ کو معاف کر رہی ہوں، میری باری جو ہے ام المؤمنین عائشہ کی ہے. بس اتنی سی بات ہے، اس سے اوپر کچھ نہیں. باقی نان نفقہ، جانا گھر میں، بیٹھنا، سارا کچھ وہی تھا جو دوسرے ازواج کا تھا. لیکن جو ہم بستری کا معاملہ ہے تو وہ اس اسٹیج میں تھی نہیں. بس اتنی سی بات ہے اور کچھ نہیں. ہاں اگر آپ کے نظر میں کوئی اور بات ہے تو وہ آپ پیش کر سکتے ہیں، اس کا انشاءاللہ جواب بھی آپ کو اچھے انداز میں دیا جائے گا. جی جزاکم رہی بات رحمت بھائی، رہی بات کہ عامر صاحب کی بیوی ہے، یہ ہے وہ ہے، یہ تو تمام باتیں بھئی کام کاج کے لیے جو لوگ نکلے ہوئے ہیں، 1 سال 2 سال وہ باہر رہتے ہیں، پھر وہ چھٹی لے کے 1-2 مہینہ جا کر اپنے گھر میں رہتے ہیں. یہ تو مجبوری کی حالت ہے. نہیں اور نہیں، میں اچھی ایک دو سن 20 میری سال نہیں ملے اور انہوں نے اٹلی میں دوسری عورت کے ساتھ شادی کر لی ہوئی ہے. اچھا سن تو لیجئے احمد بھائی، بابا دیکھ دوسری شادی کی بھی بات سنت ہے، کریں گے. آپ پیر صاحب کو بات نہیں کرنے دے رہے. نہیں کوئی مسئلہ نہیں، کوئی مسئلہ نہیں. بات یہ ہے کہ عامر صاحب میں جانتا ہوں ہر سال نہیں تو 2 سال کے بعد ضرور جاتے ہیں بھئی کام کاج کے لیے. اٹلی میں آ کر انہوں نے اگر دوسری شادی کر لی تو اس میں کوئی پابندی تو نہیں ہے کہ بھئی آپ کی ایک خاتون تو پاکستان میں ہے، یہاں آپ شادی نہیں کر سکتے. بھئی یہ شادی کی ہوئی ہے، اپنے گھر میں بسایا ہوا ہے، بچے ہیں، ان کے ساتھ رہ رہے ہیں. جب پاکستان چلے جاتے ہیں ان کی جو بیوی ہے ان کے پاس ہے. پیر جی صاحب جی کیا اگر ہم اعتراض ہے؟ کیا سنت اعتراض ہے اس میں؟ کو سنتے لوگوں بزرگوں، میں سن رہا ہوں، بتا رہا ہوں کیا عامر اعتراض ہے. صاحب نے اگر آپ والی بات کی ہوتی نا جی تو میں تو کہتا کہ ٹھیک ہے. وہ کہتے ہیں کہ مجھے 20 سال ان سے نہیں ملا. رحمت بھائی سنیں نا، میں آپ سے جی جی بات سن لیں. انہوں نے جی فرمایا محترم محمد نذیر صاحب نے کہ ان کے ساتھ میری فون پہ ہی بات ہوتی ہے. جی انہوں نے لفظ استعمال کیا کہ 20 سال ہو گئے ہیں میں نہیں ملا ان سے. یعنی آپ عامر کہہ رہے ہیں صاحب کہ نے جی بتایا. 5-6 مہینے بعد جاتے ہیں، 7 مہینے بعد اور جاتے میں ہیں. اب پھر اسکانی بھائی میں گاڑی میں تیل ڈال کے آ گیا ہوں. میں نے تو ان کو ویسے ہی کہہ دیا ہے، اصل میں الزامی رنگ میں 20 سال تو مجھے ٹوٹل یورپ آئے نہیں ہوئے ہیں یار. آپ کوئی وہ بات یقین کر لی آپ نے، اس طرح کا معاملہ ہے. یہ تو ہم نے الزامی رنگ میں کہا ہے، یہ تو ہم نے یہودیوں کی عبارتیں نقل کی ہیں، کوڈ کی ہیں. یہودی کی عبارت کوڈ کی ہے کہ یہودی کی عبارت کوڈ کی ہے. اچھا آپ اچھا آپ استعارہ کے رنگ میں بات کر رہے ہیں. استعارہ کے رنگ میں بات کریں. استعارہ کے رنگ میں بات ہاں کریں. یہ ہاں ہم بالکل، سمجھ اب گئے. آپ سمجھ گئے. آپ بتا دیا کریں. اب آپ سمجھ گئے. بتا دیا کریں. نہیں مجھے پتا تو ہے آپ چھوٹے نہیں موٹے مجھے پانی پتا ہو. تو ہے آپ چھوٹے موٹے لیکن میں پانی تو ہو، یہ شاید سیریس بات لیکن کر میں رہے تو یہ شاید سیریس بات کر رہے ہیں.
नहीं 20 साल तो जमील साहब मुझे यूरोप आए नहीं हुए, 17 साल हुए। वो इल्जामी रंग में बात की जा रही है। हजरत सौदा रजी अल्लाह अन्हा की तो आपने बता दी। आमिर भाई एक मिनट देना, करो अब मैं थोड़ा सा हुर्मत बीबी के बारे में भी अपने प्यारे दोस्त रहमत बाबा की खिदमत में अर्ज करना चाहता हूँ, और दूसरे दोस्त भी नीचे मेरी खिदमत में कुछ ना बच्चों को तुसी ना सुनो, पीर साहब को तो बता लेने देना, पीर साहब की मैं खिदमत जमील साहब कन्ना चंगल दे लो, कन्ना चंगल दे लो, तुसी करो बयान, करो बयान मैं करो। चुंगला दे लो दो ही करना दे मैं चलना वा पीर साहब ये जरा सुनिएगा, सुनिएगा से मैं बयान करने लगा हूँ। पीर साहब मैं भी हिस्सा अव्वल है और उसका पेज नंबर 30 है सर, और रिवायत नंबर इनकी किताब में ये 41 नंबर रिवायत बनती है। बकौल इनके कमरुल अंबिया बशीर अहमद अहमद साहब अपनी वालदा नुसरत जान साहिबा से बयान करते हुए फरमाते हैं कि बयान किया मुझसे हजरत वालदा साहिबा ने कि हजरत मसीह कादियान के जो मसीह हैं वो अवाइल से ही मिर्जा फजल अफजल अहमद की वालदा जिनको लोग आम तौर पर फज्जेदी मां कहते थे, ये वैसे बात गलत है, लोग उनको फज्जेदी मां नहीं कहते थे, मिर्जा साहब उनको फज्जेदी मां कहते थे, लेकिन आगे चलते हैं। जिनको लोग आम तौर पर फज्जेदी मां कहते थे बेताल्लुकी की थी, जिसकी वजह ये थी कि हजरत साहब के रिश्तेदारों को दीन से बेरहमती थी और उनकी तरफ मीलान था, वो इसी रंग में रंगीन थी। इसीलिए कादियान के मसीह ने उनसे मुबाशरत कर दी थी। हाँ, आप अखराजात वगैरह दिया करते थे। वालदा साहबा फरमाती हैं कि मेरी शादी के बाद हजरत साहब ने उन्हें कहला भेजा कि आज तक तो जो जिस तरह होता रहा, अब मैंने दूसरी शादी कर ली है। अब अगर दोनों बीवियों में बराबरी नहीं रखूंगा तो गुनहगार हूंगा। इसलिए अब दो बातें हैं। ये देखें, ये पीर साहब कितनी गलत बात हो रही है, जो मतलब किसी बीवी को पिन पॉइंट करके टारगेट करके खड़ा किया जा रहा है और उसको चॉइस दी जा रही है। क्या चॉइस दी जा रही है? इसलिए अब दो बातें हैं, या तो तुम मुझसे तलाक ले लो या मुझे अपने हकूक छोड़ दो, मैं तुमको खर्च दिए जाऊंगा। उन्होंने कहला भेजा, अब मैं बुढ़ापे में क्या तलाक लूंगी। ये बात हो रही है 1891 की। याद रहे, मिर्जा साहब की शादी हुई है 1854 में हुरमत बीबी के साथ। इस शादी को 23-24 साल गुजर चुके हुए। फरमा रहे हैं कि उन्होंने फरमाया कि मैं बुढ़ापे में क्या तलाक लूंगी, बस मुझे खर्च मिलता रहे, मैं अपने हकूक छोड़ती हूँ। वालदा साहबा फरमाती हैं, चुनाचे फिर ऐसा ही होता रहा, हत्ता कि मोहम्मदी बेगम का सवाल उठा। रहमत बाबा, मैं अपने पास से बातें नहीं बताता, जो मैं आपको बता रहा था वो आपकी किताबों में लिखी होती हैं, वजह भी लिखी होती है। हत्ता कि मोहम्मदी बेगम का सवाल उठा, आपके रिश्तेदारों ने मुखालफत करके मोहम्मदी बेगम का निकाह दूसरी जगह करा दिया और भज्जे की माँ की वालदा से कत्ता ताल्लुक ना किया, बल्कि उनके साथ ही रहीं। तब हजरत साहब ने इनको तलाक दे दी। अब मसला ये है यहाँ पर पीर साहब कि मिर्ज़ा साहब की जो हुरमत बीबी थी, वो अपने उधर इमाम दीन के साथ वाले घर में इसलिए गई थी कि मिर्ज़ा साहब इमाम दीन के साथ मिल के 1864 में अपने पूरे कादियान कबीले की जो पेंशन मिलती थी वो चोरी करके चले गए थे, भाग गए थे। 4 साल तक ना उन्होंने मुंह के को देखा, कादियान का रुख किया, ना कुछ किया। और जो गुलाम मुर्तज़ा साहब थे, उन्होंने उनको कहा चली जा तू अपने प्यो दे घर। तो अब वो क्योंकि रिश्तेदार थी, इमाम दीन साहब के साथ वाला घर उनके वालिद का था, इसलिए वो वहाँ पर रहा करती थी अपने दोनों बेटों के साथ। तो उसी को वो बयान कर रहे हैं कि उन्होंने आपके रिश्तेदारों ने मुखालफत करके निकाह दूसरी जगह करा दिया। खाकसार अर्ज करता है कि ये तलाक का देना आपके उस इश्तिहार के मुताबिक था जो आपने 2 मई 1891 को शाया किया था, जिसकी सुर्खी थी इश्तिहार नुसरत दीन और कुताए ताल्लुक अज अकारिब मुखालफ दीन। इसमें आपने बयान फरमाया कि अगर मिर्ज़ा सुल्तान अहमद और उनकी वालदा इस अवर में मुखालफाना कोशिश से अलग ना हुए तो फिर आपकी तरफ से मिर्ज़ा सुल्तान अहमद आक और महरूम और लावारिस होंगे और उनकी वालदा को आपकी तरफ से तलाक होगी।
والدہ صاحبہ فرماتی ہیں کہ فضل احمد نے اس وقت اپنے آپ کو آنکھ ہونے سے بچا لیا۔ نیز والدہ صاحبہ نے فرمایا کہ اس واقعے کے بعد ایک دفعہ سلطان احمد کی والدہ بیمار ہوئیں، چونکہ حضرت صاحب کی طرف سے مجھے اجازت تھی میں انہیں دیکھنے کے لیے گئی۔ واپس آ کر میں نے حضرت صاحب سے عرض کیا پھجے کی ماں بیمار ہے اور تکلیف ہے، آپ خاموش رہے۔ میں نے دوسری دفعہ کہا تو آپ نے گولیاں دی کہ دے آؤ، مگر اپنی طرف سے میرا نہ کہنا۔ اب مجھے یہ آپ بتا دیں پیر صاحب کہ کسی عورت کو بندہ پہلے کی عورت موجود ہے اور آپ نئی شادی کرنا چاہتے ہیں اور آپ اس کو ایموشنل بلیک میل کریں کہ یا تو میری نئی شادی کرانے میں میری مدد کرو، اپنا انفلوئنس استعمال کرو، اپنے بیٹے کی بھی شادی داؤ کے اوپر لگا دو، نہیں تو میری طرف سے تمہیں طلاق ہے۔ کیا ایسا کرنا شرعن جائز ہے؟ پیر صاحب رہنمائی فرمائیں۔ میرا خیال ہے پیر صاحب تو بزی ہو گئے ہیں۔ عامر بھائی تسی تھوڑی رہنمائی فرماؤ۔ چلو تہاڈیاں بھی جے دو شادیاں ہیں نے من نہیں پتا، لیکن تسی اپنی دوجی شادی کرن لے جے تسی کیتی ہے، جے کیتی ہے، اول تے میں الزامی رنگ تہاڈا مان لینا ہے، جے تسی کوئی دوسری شادی کیتی ہے تو تسی اس طرح دی کوئی پابندی اپنی پہلی بیوی تے لائی ہے کہ میں نویں شادی کرنا چاہنا ہے، میری نویں شادی دے وچ میری ہیلپ کر، ٹھیک ہے؟ جے تو میری ہیلپ نہ کیتی تے میرے والوں تن طلاق ہے۔ اس طرح دا تسی کو مطالبہ کیتا ہے یا کو کرے تے وہ جائز ہوئے گا؟ وعلیکم السلام، ویلکم عامر مرزا بھائی، حاجی صاحب بھی آ گئے ہیں جناب۔ نہیں انہوں نے یہ تو نہیں سی کہا کہ تو میری ہیلپ کر، یہ گل تو ثابت نہیں ہوندی کہ حرمت بی بی نے انہوں نے کہا ہوئے کہ تو میری ہیلپ کر۔ البتہ یہ گل ٹھیک ہے کہ انہوں دی رشتہ داری سی تے رشتہ داری ہی انہوں دا جرم بن گیا، جس طرح عزت بی بی دی رشتہ داری وہ جرم بن گیا، وہ ماما سی احمد بیگ۔ میں آیا بس تفصیل سے آئیں بات کریں، لیکن یہ روایت کے اندر انہوں نے قمر بشیر احمد احمد نے اسی طرح لکھا ہوا ہے کہ جب نصرت محمدی بیگم کا سوال اور آپ کے رشتہ داروں نے مخالفت کر کے محمدی بیگم کا نکاح دوسری جگہ کرا دیا اور فضل احمد کی والدہ نے ان سے قطع تعلق نہ کیا بلکہ اب وہ ان صحیح کا نہیں ہی ساتھ دیا، تب حضرت صاحب نے ان کو طلاق دے دی۔ میں تو وہ سر وہی پڑھ رہا ہوں جو ان کے بیٹے نے لکھا ہوا ہے۔ رشتہ داری سی نا انہوں دی، انہوں نال یہ علی شور بیگ دی بہن سی بالکل، تے مرزا صاحب نے پہلے کام تو علی شور فارغ بیگ دی کڑی ہو کیا کوئی ایسی ہتھی کھلوتے ہیں۔ جی رانا بھائی آپ کا کوئی سوال تھا یا کسی اور کا کوئی ہو ابھی بتائیں پلیز۔ نہیں پر لے لیا، میرا کوئی سوال نہیں ہے ڈاکٹر صاحب، بس میں نیچے بیٹھا سن رہا ہوں آپ کو۔ اچھا چلے وہ رحمت بابا تو بھاگ ہی گئے ہیں، جیسے ہی سیرت المہندی کھلتی ہے یا روحانی خزائن کھلتی ہے یہ حضرات اس طرح نکل کیوں جاتے ہیں؟ مجھے ان کی شرم سمجھ نہیں آتی۔ ان کے مہدی کی سیرت کھلتی ہے جب، اور وہ جس پہ ہم ایک لفظ بھی اپنے پاس سے حاشیہ رائی نہیں کرنا چاہتے، جو کچھ انہوں نے بیان کیا وہی بیان کرنا چاہتے ہیں، یہ سن بھی نہیں سکتے۔ ਮੈਨੂੰ ਤਾਂ ਲੱਗਦਾ ਕੋਈ ਹੋਰ ਸ਼ਾਹੀ ਖੁੱਲ ਜਾਂਦੀ ਹੈ ਉਹਨਾਂ ਦੀ۔ واللہ عالم کیوں دوڑ جاتے ہیں، حالانکہ یہ کہنا چاہوں نا کل جہاں رات کو صحیح پہ بڑھ جاتے ہیں تو شاید اس کے اندر کوئی میری بات میں مبالغہ رائی نہ ہو۔ 2-3 حدیثیں کل رات کو نہ صرف وہ ہمارے سامنے مس کوڈ کر رہے تھے بلکہ ان کے اوپر حاشیہ رائی بھی کر رہے تھے، اور وہ اتنی گندی زبان استعمال کر رہے تھے۔ وہ جو نیو ایک کا نام ہے اور دوسرے کا نام محمود الحسن ہے، نبی علیہ الصلوۃ والسلام کے بارے میں اتنی گندی زبان وہ استعمال کر رہے تھے، لیکن خیر مرزائیوں کو اس بات کی پرواہ نہیں ہے۔ ہاں جب میں ان کے خلیفہ کے بارے میں کوئی لفظ بولتا تھا تو مجھے فوراً نیچے اتار دیتے تھے، چیخیں نکل جاتی تھی۔ تو میں نے کہا آپ کو اپنے خلیفہ کی عزت اتنی عزیز ہے، یار ہمیں بھی اپنے نبی کی عزت عزیز ہے، ہمارے نبی کی عزت پر یہ بندہ حملہ کر رہا ہے، بکواس کر رہا ہے، آپ کو کوئی سیک نہیں لگتا؟ ظاہر ہے ہمارا نبی ہے تو ہمیں پھر ریئیکشن کے طور پر کوئی بات کرنی پڑتی ہے۔ صبح تک انہوں نے یاد رکھا، صبح میں اٹھا ہوں تو وہ ایم زی ادھر کہہ رہا تھا، وہ ڈاکٹر ذکریہ کی براڈ پہ
کہ کل رات کو ہمارے خلیفہ صاحب کی توہین کی عامر نذیر نے. میں نے کہا بھائی ایم جی صاحب آپ نے یہ نہیں پوچھا کہ وہ توہین کیوں کی ہے, کیا کہا ہے اور کیوں کہا ہے, یہ تو پوچھ لیتے نا. وہ بات میں نے کہا یہ تھی کہ وہ نبی علیہ الصلوۃ والسلام کے بارے میں گندی زبان استعمال کر رہا تھا, تو میں اس کو کہہ رہا تھا کہ تم اپنا انسان ہونا اور انسان کا پتر ہونا ثابت کرو. میں نے تھوڑا مائک بھی لگایا ہوا تھا, ذرا آواز زیادہ تھی. اس کی جان جا رہی تھی, طلعت صاحب مجھے نیچے اتار رہے تھے, بار بار پھر ایڈ کرتے پھر نیچے اتارتے. تو یہ جو عمران کالو ہیں یہ ان کی مدد کے لیے دوڑا دوڑا آیا اور کہنے لگا کہ تم ہمارے مہمانوں کو کہہ رہے ہو, وہ ہمارے مہمان ہیں, تم ہمارے مہمانوں کو کہہ رہے ہو کہ تم اپنا انسان ہونا اور انسان کا پتر ہونا ثابت کرو, تو تم اپنا انسان اور انسان کا پتر ہونا ثابت کرو. جب اس نے اپنے مہمانوں کی وجہ سے مجھے یہ لفظ کہے تو پھر میں نے اس کو کہا کہ شیخ عبد الرحمان مصری کے مطابق تو بد چلن خلیفہ کا نطفہ ہے. میں نہیں کہہ رہا, وہ تمہارا شیخ عبد الرحمان مصری کہہ رہا ہے, جس نے ہندو دھرم چھوڑ کے آپ کے مرزا صاحب کے ہاتھ پر بیعت کی تھی, اور مرزا صاحب کہتے تھے جس نے میرے ہاتھ پر بیعت کی ہے وہ صحابہ رسول اللہ میں داخل ہو گئے. مرزا صاحب کے صحابی کا قول ہے کہ یہ بد چلن ہے. پھر میں نے یہ کہا ہے اور اس وجہ سے کہا ہے, اپنے پاس سے نہیں کہا. اور پھر اس کو بتایا کہ یہی بات تو تم روز کہتے ہو کہ احمد رضا بریلوی تمہارے بارے میں یہ کہتا ہے, یہی میں نے کہا ہے کہ تمہارا شیخ عبد الرحمان مصری تمہارے بارے میں یہ کہتا ہے, تمہارے خلیفہ کے بارے میں یہ کہتا ہے. تو میں تو رات کو سو گیا تھا, تم تو ابھی بھی نہیں سوئے, ساری رات ہی اس بات کو لے کر جاگتے رہے ہو. تو بہرحال ہم تو اپنے نبی کی سیرت سنتے ہیں, ان کی احادیث پر ان لوگوں کی حاشیہ رائی کو بھی سنتے ہیں, صبر کرتے ہیں اور دلیل سے جواب دیتے ہیں. ان کے سامنے ان کے مہدی کی سیرت کھولی ہے, جمیل صاحب غائب ہو گئے. جی نہیں بھائی, کوئی بات آپ کرنا چاہ رہے تھے؟ ਨਹੀਂ ਮੈਂ ਅਰਜ਼ ਕਰ ਰਿਹਾ ਸੀ ਸਵੇਰੇ ਉਹ ਪੈਸਿਆਂ ਦਾ ਕੀ ਬਣਿਆ 300 ਯੂਰੋ ਦਾ ਦਿੱਤੇ ਉਹਨਾਂ ਨੇ ਕਿ ਨਹੀਂ ਦਿੱਤੇ? ਮੈਂ ਤੇ ਸੋ ਗਿਆ ਸੀ ਫਿਰ ਸਵੇਰੇ. ਰਾਣਾ ਸਾਹਿਬ ਪੈਸੇ ਤੇ ਪ੍ਰੋਬੇਬਲੀ ਖਲੇ ਹੋ ਗਏ ਨੇ. ਉਹ ਅਹਿਮਦ 1981 ਉਹਨਾਂ ਦਾ ਆਈਡੀ ਹੈ ਤੇ ਉੱਥੇ ਹੀ ਅਮਰੀਕਾ ਹੀ ਹੁੰਦੇ ਨੇ, ਤੇ ਉਹਨਾਂ ਨੇ ਹਾਮੀ ਭਰ ਲਈ ਹੈ ਕਿ ਭਾਈ ਮੈਂ ਪੈਸੇ ਦੇ ਦੇਣਾ, ਤੁਸੀਂ ਮੈਨੂੰ ਅਕਾਊਂਟ ਨੰਬਰ ਦੇ ਦਿਓ, ਮੈਂ ਪੈਸੇ ਦੇ ਦੇਣਾ. ਮੈਂ ਕਿਹਾ ਵੀ ਆ ਸੋਚ ਲਿਓ ਤੁਸੀਂ ਪੰਜਵੇਂ ਹੋ, 4 ਅੱਗੇ ਜ਼ਾਮਨ ਬਣੇ ਨੇ, ਪਹਿਲਾਂ ਨਜ਼ੀਰ ਸਾਹਿਬ ਦੇਣੇ ਸੀ, ਤਲਤ ਸਾਹਿਬ ਜ਼ਾਮਨ ਬਣੇ, ਫਿਰ ਉਹ ਆਇਆ ਅਜ਼ੀਮ ਬੱਟ ਸਾਹਿਬ ਤਸ਼ਰੀਫ ਲਿਆਏ ਤੇ ਉਹ ਬਣੇ ਜ਼ਾਮਨ, ਫਿਰ ਉਹ ਵੀ ਦੌੜ ਗਏ ਤੇ ਫਿਰ ਡਾਕਟਰ ਜ਼ਿਕਰੀਆ ਜ਼ਾਮਨ ਬਣਿਆ ਚੌਥਾ, ਤੇ ਹੁਣ ਤੁਸੀਂ ਪੰਜਵੇਂ ਬੰਦੇ ਹੋ, ਸੋਚ ਲਿਓ ਨਾ. ਕਹਿੰਦੇ ਮੈਂ ਦੇਣਾ, ਤੁਸੀਂ ਮੈਨੂੰ ਹੁਣ ਹੀ ਅਕਾਊਂਟ ਦਿਓ, ਮੈਂ ਇਹ ਟ੍ਰਾਂਸਫਰ ਕਰਨਾ ਜਿਹੜੀ ਉਹ ਫੌਰਨ ਹੀ ਤੁਹਾਡੇ ਅਕਾਊਂਟ ਚਲ ਜਾਣਗੇ. ਲੇਕਿਨ ਅੱਜ ਸੰਡੇ ਸੀ, ਕਹਿੰਦੇ ਨੇ ਕਿ ਉਹਦੀ ਮੂਵਮੈਂਟ 'ਚ ਕੋਈ ਪ੍ਰੋਬਲਮ ਆ ਰਹੀ ਸੀ ਉਸ ਵਕਤ. ਇਹ ਤੁਹਾਡੇ ਕੋਲ ਕੀ ਟਾਈਮ ਹੋਇਆ ਉੱਥੇ ਅਮਰੀਕਾ ਕੈਨੇਡਾ? ਕਹਿੰਦੇ ਨੇ ਕਿ ਮੈਂ ਦੁਬਾਰਾ ਟਰਾਈ ਕਰਨਾ ਵਾ, ਲੇਕਿਨ ਕੋਈ ਮਸਲਾ 12:40 ਹੋਏ ਨੇ, 11:39 ਮਾਰਨਿੰਗ ਦੇ. ਮਲਕ ਕੈਸਰ ਸਾਹਿਬ ਨਾਲ ਉਹਨਾਂ ਦਾ ਰਾਬਤਾ ਹੈ, ਉਹਨਾਂ ਨੂੰ ਅਕਾਊਂਟ ਨੰਬਰ ਉਹਨਾਂ ਦੇ ਦਿੱਤਾ. ਦੇਖਨੇ ਆ ਅਗਰ ਅੱਜ ਅਗਰ ਨਹੀਂ ਪਹੁੰਚਦੇ ਤਾਂ ਕੱਲ ਤੱਕ ਇਨਸ਼ਾਅੱਲਾ ਉਮੀਦ ਹੈ ਜ਼ਰੂਰ ਪਹੁੰਚ ਜਾਣਗੇ, ਕਿਉਂਕਿ ਬੰਦੇ ਮੈਨੂੰ ਰੀਜ਼ਨੇਬਲ ਲੱਗਦੇ ਨੇ. ਅੱਜ ਤੱਕ ਤੇ ਉਹ ਰੀਜ਼ਨੇਬਲ ਹੀ ਰਹੇ, ਉਹਨਾਂ ਨੇ ਕਦੇ ਵੀ ਕੋਈ ਇੱਥੇ ਮੇਰੇ ਸਾਹਮਣੇ ਹੁੱਲੜਬਾਜ਼ੀ ਬੇਹੂਦਗੀ ਨਹੀਂ ਕੀਤੀ, ਤੇ ਬੰਦੇ ਤੇ ਰੀਜ਼ਨੇਬਲ ਹੀ ਲੱਗਦੇ ਨੇ. ਬਾਕੀ ਇਹ ਕਿ ਉਹ ਬੰਦੇ ਇਹਨਾਂ ਦੇ ਉਹਨਾਂ ਨੂੰ ਰੋਕਣ ਵਾਸਤੇ ਚੀਖਾਂ ਮਾਰ ਰਹੇ ਸੀ, ਨਾ ਤੁਸੀਂ ਹਾਮੀ ਭਰੋ, ਨਾ ਤੁਸੀਂ ਹਾਮੀ ਭਰੋ, ਅਸਾਂ ਨਹੀਂ ਦੇਣੇ ਪੈਸੇ. ਇਹ ਨਹੀਂ ਪਤਾ ਹੁਣ ਉਹਨਾਂ ਦੀ ਕਿਰੇ ਕਲਾਸ ਨਾ ਸ਼ੁਰੂ ਹੋਈ ਹੋਵੇ ਕਿਸੇ WhatsApp ਗਰੁੱਪ ਵਿੱਚ ਜਾਂ ਕਿਸੇ ਜਗ੍ਹਾ ਉੱਤੇ. ਸਾਡੇ ਨਾਲ ਤੇ ਹਾਮੀ ਭਰ ਕੇ ਗਏ ਨੇ ਕਿ ਮੈਂ ਭੇਜਣਾ, ਉਹਨਾਂ ਆ ਕੇ ਦੱਸਿਆ ਵੀ ਕਿ ਮੈਂ ਭੇਜਿਆ ਤਾਂ ਕੋਈ ਪ੍ਰੋਬਲਮ ਬਣੀ, ਟ੍ਰਾਂਸਫਰ ਨਹੀਂ ਹੋਏ ਪੈਸੇ. ਤੁਸੀਂ ਖੂਬ ਸਵੇਰੇ ਉਹਨਾਂ ਨੂੰ ਉਹ ਬੱਟ ਸਾਹਿਬ ਨੂੰ ਰੱਜ ਕੇ ਦਲੀਲ ਕੀਤਾ, ਲੇਕਿਨ ਉਹ ਵੀ ਇਸ ਕਿਸਮ ਦੇ ਢੀਠ ਸਨ ਕਿ ਉਹਨਾਂ ਨੂੰ ਜ਼ਰਾ ਜੀ ਸ਼ਰਮ ਨਹੀਂ ਆ ਰਹੀ ਸੀ. ਉਹ ਬਾਅਦ ਚੋਂ ਕਹਿੰਦੇ ਜੀ ਸ਼ਰਤ ਹਰਾਮ ਹੈ ਤੇ ਇਹ ਤੇ ਉਹ, ਲੇਕਿਨ ਕਮਾਲ ਦਾ ਤੁਸੀਂ ਜ਼ਲੀਲ ਕੀਤਾ, ਉਹਨਾਂ ਨੂੰ ਰੱਜ ਕੇ ਜ਼ਲੀਲ ਕੀਤਾ. ਰਾਣਾ ਸਾਹਿਬ ਇੱਕ ਤੇ ਗੱਲ ਇਹ ਕਿ ਉਹ ਮੈਂ ਛੁੱਟੀਆਂ 1-2 ਵਿੱਚ ਕੀਤੀਆਂ, 2-3 ਦਿਨ ਹੀ ਸ਼ਾਇਦ ਨਹੀਂ ਆਇਆ ਬਰਾੜ ਤੇ ਇਹ ਇੱਥੇ ਮੈਂ ਸੁਣਿਆ ਕਹਿਣ ਲੱਗੇ ਸੀ ਅਜ਼ੀਮ ਬੱਟ ਸਾਹਿਬ ਕਿ ਮੈਂ ਫਲਾਣੇ ਦੇ ਅਕਾਊਂਟ 'ਚ ਪਾ ਦੇਣਾ $3000 ਤੇ ਫਲਾਣੇ ਦੇ ਅਕਾਊਂਟ 'ਚ $5000 ਪਾ ਦੇਣਾ. ਮੈਂ ਕਿਹਾ ਬੰਦਾ ਕੋਈ ਬੜੀ ਸਾਊਂਡ ਪਾਰਟੀ ਆ ਗਈ,
ਤੇ ਮੈਂ ਅਲੀਮ ਸਾਹਿਬ ਨੂੰ ਆਖਿਆ, ਮੈਂ ਕਿਹਾ ਸਾਊਂਡ ਪਾਰਟੀ ਹੈ, ਤੁਸੀਂ ਕਹਿੰਦੇ ਹੋ ਬੜੀ ਸਾਊਂਡ ਪਾਰਟੀ ਹੈ, ਤੇ 300 ਯੂਰੋ ਸਾਡਾ ਦਵਾ ਦਿਓ ਨਾ ਜੀ। ਉਹ ਤੇ ਅੰਨੇ ਮਹੀਨੇ ਦਾ ਅੜਿਆ ਪਿਆ। ਜਿਹੜਾ ਬੰਦਾ $5,000 ਰੁਪਇਆ ਲੋਕਾਂ ਦੇ ਅਕਾਊਂਟ 'ਚ ਸੁੱਟਦਾ ਹੈ, ਉਹਨੂੰ $300 ਦੇਣ ਲੱਗਿਆ ਕੀ ਪ੍ਰੋਬਲਮ ਹੋਣ ਲੱਗੀ? ਉਜ਼ੀਮ ਭੱਟ ਨੇ ਕਿਹਾ ਜੀ ਹਾਂਜੀ ਬਿਲਕੁਲ, ਅਗਰ ਉਹਨਾਂ ਨੂੰ ਦੇਣੇ ਆਉਂਦੇ ਹੋਏ ਨਜ਼ੀਰ ਸਾਹਿਬ ਨੇ, ਅਗਰ ਹਾਮੀ ਭਰੀ ਹੋਈ ਜਾਂ ਪੈਸੇ ਉਹ ਤੁਹਾਡੇ ਕੇ ਮੰਨੇ ਹੋਏ, ਤਾਂ ਮੈਂ ਦੇ ਦਿਆਂਗਾ 300 ਯੂਰੋ, ਕੋਈ ਮਸਲਾ ਨਹੀਂ, $300 ਮੈਂ ਦੇ ਦਿਆਂਗਾ। 300 ਯੂਰੋ ਹੀ ਬਲਕਿ ਉਹਨਾਂ ਕਿਹਾ ਜਰਮਨੀ ਹੁੰਦਾ। ਮੈਂ ਕਿਹਾ ਠੀਕ ਹੋ ਗਿਆ। ਉੱਥੇ ਅਸਾਂ ਜਨਾਬ ਗਵਾਹੀਆਂ ਪਾਣੀਆਂ ਸ਼ੁਰੂ ਕਰਤੀਆਂ, ਤੇ ਉਹ 2-3 ਬੰਦੇ ਬੋਲੇ, ਰਾਣਾ ਤਾਹਿਰ ਵੀ ਬੋਲਿਆ, ਤਲਜ਼ੁਰ ਮਲਕ ਵੀ ਆ ਗਿਆ, ਉਹਨੇ ਵੀ ਕਿਹਾ, ਖੁਦ ਨਜ਼ੀਰ ਸਾਹਿਬ ਵੀ ਉੱਥੇ ਆ ਗਏ, ਤੇ ਉਹਨਾਂ ਨੇ ਕਿਹਾ ਕਿ ਹਾਂ ਪੈਸੇ ਤੇ ਸਮਝਨੇ ਨੇ ਕਿ ਦੇਣੇ। ਹਾਂ ਕਿਆ ਇੱਕ ਗੱਲ ਜਿਹੜੀ ਰਹਿ ਗਈ ਵਿੱਚੋਂ ਮੈਂ ਕਰਨ ਲੱਗਾ ਸੀ ਕਿ ਉਹ ਪੈਸੇ ਇਹ ਆਂਦੇ ਨੇ ਅਸੀਂ ਤਾਂ ਨਹੀਂ ਦਿੱਤੇ ਕਿ ਸ਼ਰਤ ਲਾਣਾ ਹਰਾਮ ਹੁੰਦਾ, ਤਾਂ ਸਾਨੂੰ ਬਾਅਦ ਚ ਪਤਾ ਲੱਗਿਆ ਨਜ਼ੀਰ ਸਾਹਿਬ ਆਂਦੇ ਨੇ ਵੀ ਜੇ ਪਤਾ ਹੁੰਦਾ ਜੱਟਾਂ ਕੇ ਚੜਨਾ ਤੇ ਨਿੱਕੀ ਹੁੰਦੀ ਤੇਲ ਮਾਰਦੀ, ਸਾਨੂੰ ਪਤਾ ਹੁੰਦਾ ਨਾ ਵੀ ਇਹ ਪਹਿਲਾਂ ਵੀ ਇਹ ਕੰਮ ਹੋ ਜਾਣਾ, ਤੇ ਫਿਰ ਅਸੀਂ ਤੁਹਾਡੇ ਨਾਲ ਸ਼ਰਤ ਹੀ ਨਹੀਂ ਸੀ ਲਾਣੀ, ਤੇ ਸਾਡੇ ਕੋਲ ਗਲਤੀ ਹੋ ਗਈ, ਤੁਹਾਡੇ ਨਾਲ ਸ਼ਰਤ ਲਾਤੀ। ਤੇ ਸ਼ਰਤ ਦੇ ਪੈਸੇ ਸਾਨੂੰ ਬਾਅਦ ਚ ਪਤਾ ਲੱਗਾ ਹੈ ਕਿ ਸ਼ਰਤ ਦੇ ਪੈਸੇ ਹਰਾਮ ਹੁੰਦੇ ਨੇ, ਤੇ ਲਿਹਾਜ਼ਾ ਅਸੀਂ ਤਾਂ ਇਨਕਾਰ ਕੀਤਾ ਕਿ ਹੁਣ ਅਸਾਂ ਪੈਸੇ ਨਹੀਂ ਦੇਣੇ। ਮੈਂ ਕਿਹਾ ਵੀ ਗੱਲ ਇਹ ਹੈ, ਸ਼ਰਤ ਦਾ ਪੈਸਾ ਹੋਵੇ, ਜੂਏ ਦਾ ਪੈਸਾ ਹੋਵੇ, ਸ਼ਰਾਬ ਦਾ ਪੈਸਾ ਹੋਵੇ, ਕੰਚਨੀ ਦਾ ਪੈਸਾ ਹੋਵੇ, ਸੂਦ ਦਾ ਪੈਸਾ ਹੋਵੇ, ਇਸਲਾਮ ਦੀ ਸ਼ਾਹਤ ਤੇ ਲੱਗ ਸਕਦਾ ਨਾ। ਤੁਹਾਡੇ ਮਿਰਜ਼ਾ ਸਾਹਿਬ ਦੇ ਬਕੌਲ ਚੈੱਕ ਕਰ ਲਓ ਮਿਰਜ਼ਾ ਸਾਹਿਬ ਦਾ ਫਤਵਾ, ਤੇ ਮੇਰੇ ਤੇ ਉਹ ਹਰਾਮ ਹੈ 1 ਰੁਪਿਆ ਵੀ, ਉਹ 300 ਯੂਰੋ ਚੋਂ 1 ਯੂਰੋ ਵੀ ਮੈਨੂੰ ਨਹੀਂ ਚਾਹੀਦਾ। ਮੈਂ ਉਹ ਇਸਲਾਮ ਦੀ ਸ਼ਾਹਤ ਤੇ ਹੀ ਲਾਣੇ ਨੇ। ਤੁਸੀਂ ਦੇ ਦਿਓ ਮੈਨੂੰ ਬਿਸਮਿਲ੍ਲਾ ਪੜ੍ਹ ਕੇ 300 ਯੂਰੋ, ਤੇ ਜਾਂ ਆਖੋ ਇਸਲਾਮ ਦੀ ਸ਼ਾਹਤ ਤੇ ਨਹੀਂ ਲੱਗਦੇ। ਇਹ ਫਿਰ ਜ਼ੀਮ ਭੱਟ ਉੱਤੇ ਡਰਾਮੇ ਕਰਿਆ ਕਿ ਨਹੀਂ ਉਹ ਮਸਜਿਦ ਕੋਈ ਦੱਸੋ, ਅਸੀਂ ਮਸਜਿਦ ਚ ਦੇ ਦਿੰਦੇ ਆ। ਮੈਂ ਕਿਹਾ ਵੀ ਇਹ ਅਸੀਂ ਫੈਸਲਾ ਕਰਾਂਗੇ, ਅਸੀਂ ਕਿਹੜੇ ਮਸਜਿਦ ਚ ਦੇਣੇ ਨੇ, ਮਦਰਸੇ ਚ ਦੇਣੇ ਨੇ। ਇਸਲਾਮ ਦੀ ਸ਼ਾਹਤ ਤੇ ਉਹ ਪੈਸੇ ਲਾਣੇ ਨੇ, ਤੇ ਇਸਲਾਮ ਦੀ ਸ਼ਾਹਤ ਤੇ ਪੈਸੇ ਤੁਹਾਡੇ ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਸੂਦ ਦਾ ਪੈਸਾ ਹੈ, ਕੰਜਰੀ ਦਾ, ਜਿਸਮ ਫਰੋਸ਼ੀ ਦਾ ਪੈਸਾ ਹੈ, ਤੇ ਉਹ ਦੇ ਦਿਓ, ਮੈਂ ਇਸਲਾਮ ਦੀ ਸ਼ਾਹਤ ਤੇ ਲਾਣਾ ਲੱਗ ਜਾਏਗਾ। ਤੁਹਾਡੇ ਮਿਰਜ਼ਾ ਸਾਹਿਬ ਦਾ ਫਤਵਾ ਹੈ, ਤੇ ਤੁਸੀਂ ਲਿਹਾਜ਼ਾ ਉਹ 300 ਯੂਰੋ ਦੇ ਦਿਓ। ਅਸੀਂ ਉਹਨੂੰ ਕਿੱਥੇ ਲਾਣਾ, ਇਹ ਸਾਡੀ ਪ੍ਰੋਬਲਮ ਹੈ, ਤੁਹਾਡੀ ਤਾਂ ਪ੍ਰੋਬਲਮ ਹੈ ਨਹੀਂ। ਤੇ ਨਹੀਂ ਤੇ ਮੈਂ ਕਿਹਾ ਇਹ ਗੱਲ ਅਸਾਂ ਚੱਲਣੀ ਤੇ ਕੋਈ ਨਹੀਂ ਨਾ, ਤੁਹਾਡਾ ਮੂੰਹ ਕਾਲਾ ਕਰਦੇ ਇਹਨਾਂ ਨੇ ਹਰ ਜਗ੍ਹਾ ਤੇ, ਹਰ ਪਲੇਟਫਾਰਮ ਤੇ। ਇਹ ਸੱਪ ਦੇ ਚਾਰ ਮੂੰਹ ਬੰਦੇ ਹੀ ਸਿਰਫ ਬੈਠੇ ਹੋ। ਸੱਪ ਦੇ ਮੂੰਹ ਚ ਕੋੜ ਖਿੱਲੀਏ, ਉਹ ਖਾਵੇ ਤੇ ਕੋੜ ਪੈਂਦਾ ਨਾ ਖਾਵੇ। ਮੈਂ ਜਾਣਾ ਐਸਾ ਲੂੰਗਾ ਕਿ ਰਾਹ ਜਾਂ ਫੋਨ ਇੱਥੇ ਹੀ। ਜਿਸ ਤਰ੍ਹਾਂ ਮਰਜ਼ੀ ਕਰਨਾ ਬੰਦ ਕਰ ਦੋ ਹੁਣ। ਨਹੀਂ ਮੁਸ਼ਕਲ ਨਹੀਂ ਹੈ, ਮੈਨੂੰ ਤੁਸੀਂ ਆਪ ਹੀ ਬੰਦੇ ਉੱਤੇ ਥੱਲੇ ਲੈਣੇ ਨੇ। ਮੈਂ ਅੱਗੇ ਸੋ ਗਿਆ ਸਾਂ, ਹੁਣ ਵੇਖਿਆ ਤੇ ਉਹ ਬਾਹਰ ਅੱਛਾ ਵਾਈ ਨੈਟ ਵੀ ਪੈਕੇਜ ਵੀ ਕਿੰਨੀ ਦੇਰ ਨੂੰ ਆ ਜਾਣਾ ਐਸਾ ਲੂੰਗਾ ਤੂੰ? ਕਿੰਨੀ ਦੇਰ ਬਾਅਦ ਵਾਪਸ ਆ ਜਾਣਾ? ਬੜੇ ਤੇ 20 ਮਿੰਟ ਲੱਗਣ ਦੇ ਜ਼ਿਆਦਾ ਫੋਨ ਇੱਥੇ ਪਈ ਆ ਜੀ। ਅੱਛਾ ਚਲੋ ਠੀਕ ਹੈ, ਰੱਖ ਜਾ, ਮੈਂ 10 ਮਿੰਟ ਲੱਗ ਜਾਣਗੇ ਘਰ ਪਹੁੰਚ ਜਾ। ਰਾਣਾ ਸਾਹਿਬ ਤੇ ਮੈਂ ਗੱਲ ਤੇ ਕਰਨਾ ਜੀ। ਰਾਣਾ ਸਾਹਿਬ ਮੈਂ ਅਰਜ਼ ਕਰ ਰਿਹਾ ਸੀ ਕਿ ਮੂੰਹ ਚ ਕੋੜ ਖਿੱਲੀ ਤੇ ਜੇ ਖਾਵੇ ਆਣ ਜਾਂਦੀ ਹੈ, ਤੇ ਜੇ ਖਾ ਲਵੇ ਤੇ ਕੋੜ ਹੈ। ਇਹਨਾਂ ਦਾ ਉਹ ਹਿਸਾਬ ਹੈ, ਨਾ ਦੇਣ ਤਾਂ ਮੁਸੀਬਤ, ਜੇ ਦੇ ਦੇਣ ਤੇ ਤਾਂ ਮੁਸੀਬਤ। ਇਹ ਫਸੇ ਪਏ ਨੇ। ਔਰ ਰਾਣਾ ਸਾਹਿਬ, ਔਰ ਮੈਂ ਰਾਣਾ ਸਾਹਿਬ ਜਿਹੜਾ ਤਾਹਿਰ ਨੂੰ ਮੈਂ ਇਸੇ ਵਾਸਤੇ ਰਾਤੀ ਕੋਈ 2-4 ਫੁੱਲ ਵੀ ਮਾਰੇ ਸਨ, ਉਹਨੂੰ ਐਪਰੀਸ਼ੀਏਟ ਕੀਤਾ ਕਿ ਤੂੰ ਆ ਕੇ ਸੱਚੀ ਗੱਲ ਕੀਤੀ ਹੈ। ਉਹ ਮੁੰਡਾ ਬਹੁਤ ਅੱਛਾ ਹੈ। ਨਹੀਂ ਉਹਦੇ ਬਾਅਦ ਮੀਆਂ ਫੇਵਰਟ 49 ਆਇਆ ਨਾ, ਉਹਨੇ ਸੰਦੂਕ ਚ ਆਖਰੀ ਕਿਲ ਠੋਕਦਾ। ਪਹਿਲੇ ਹੀ ਉਹਨੇ ਰਾਣਾ ਤਾਹਿਰ ਨੇ ਮੰਜੀ ਚਕਾਤੀ ਸੀ, ਲਾਸ਼ ਚਕਾਤੀ ਸੀ, ਤੇ ਪਿੱਛੋਂ ਜਿਹੜਾ ਆਪਣਾ ਫੇਵਰਟ 49 ਆਇਆ ਇੱਥੇ ਸਾਡੀ ਬਰਾੜ ਤੇ, ਜਿੱਥੇ ਤੁਸੀਂ ਬੈਠੇ ਹੋ ਇੱਥੇ ਹੀ, ਉਹਨੇ ਆ ਕੇ ਨਾ ਉਹਨੇ ਆਖਿਆ ਕੋਈ ਸ਼ਰਮ ਕਰੋ, ਕੋਈ ਹਿਆ ਕਰੋ। 3 ਮਹੀਨੇ ਹੋ ਗਏ ਨੇ ਤੇ ਜਮਾਤ ਦੀ ਬਿਸਤੀ ਕਰਾਉਣ ਲੱਗੇ ਹੋ, ਤੇ ਨਹੀਂ ਸੀ ਪਤਾ ਤੇ ਕਾਹਨੂੰ ਵਿੱਚ ਪੰਗਾ ਲਿਆ, ਚਲਦੀ ਮਸ਼ੀਨ 'ਚ ਹੱਥ ਕਾਹਨੂੰ ਦਿੱਤਾ ਹੈ? ਜੇ ਤੈਨੂੰ ਪਤਾ ਹੀ ਨਹੀਂ, ਇਲਮ ਨਹੀਂ, ਤੇ ਤੈਨੂੰ ਨਹੀਂ ਸੀ ਜਾਣਾ ਚਾਹੀਦਾ ਉੱਥੇ। ਤੇ ਹੁਣ ਜੇ ਗੱਲ ਕੀਤੀ ਹੈ ਤੇ ਫਿਰ ਦੇ ਹਟਨੇ ਸਨ ਪੈਸੇ, ਜ਼ਲੀਲ ਕਰਾਉਣ ਲੱਗੇ। ਉਹਨੇ ਬੜੀ ਬੇਇੱਜ਼ਤੀ ਕੀਤੀ ਫੇਵਰਟ 49 ਨੇ ਨਾ ਇੱਥੇ। ਤੇ ਬੱਟ ਦੀ ਉਹਨੇ ਆਖਿਆ ਬੱਟ ਸਾਹਿਬ ਤੁਸੀਂ ਚਿਰਕੇ ਆਇਓ ਪਿੱਛੋਂ, ਤੁਹਾਡੇ ਨਾਲ ਅੱਗੇ ਜਿਹੜੇ ਟਿਕਟਾਕ ਤੇ ਬੈਠੇ ਨਾ ਜ਼ਲਾਲਤ ਨਹੀਂ ਇੰਨੀ ਕਰਵਾਈ ਜਿਹੜੀ ਤੁਸੀਂ ਉਹ ਜ਼ੀਮ ਬੱਟ ਉਹਦੇ ਨਾਲ ਲੜਨਾ ਚਾਹੁੰਦਾ ਸੀ, ਤੇ ਫੇਵਰਟ 49 ਨੇ ਨਾ ਚੰਗੇ ਦੇ ਸਿੰਘ ਚੋਪੇ ਨੇ। ਮੈਂ ਬਸ ਉਹਨੂੰ ਚਲਾ ਗਿਆ ਸੀ 5:15 ਵਜੇ ਮੇਰਾ ਖਿਆਲ ਨਾ, ਮੈਂ ਫਿਰ ਬੰਦ। ਅੱਛਾ ਮੈਨੂੰ ਟਾਈਮ ਤੇ ਨਹੀਂ ਤੁਹਾਡਾ ਪਤਾ, ਤੇ ਉਸ ਵੇਲੇ ਇੱਥੇ ਵਾਵਾ ਧਮਾਕਾ ਹੋਇਆ
ਉਹ ਜਦੋਂ ਉਹਦੇ ਨਾਲ ਫਿਰ ਇਹ ਬੁੱਝ ਗਏ ਨੇ। ਉਹ ਜਦੋਂ ਬਹਿਸ ਹੋਣ ਲੱਗ ਪਈ ਸੀ ਨਾ ਪੈਸਿਆਂ ਦੀ, ਮੈਂ ਕਿਹਾ ਹੁਣ ਫਿਰ ਹਾਂਜੀ ਇਲਮੀ ਗੁਫ਼ਤਗੂ ਬੰਦ ਹੋ ਗਈ, ਇਹਨਾਂ ਨੂੰ ਬੇਇੱਜ਼ਤ ਹੋ ਰਹੇ, ਤੇ ਮੈਂ ਕਿਹਾ ਤੂੰ ਹੁਣ ਸੌਂ, ਸਵੇਰੇ ਫਿਰ ਉੱਠੀ। ਉਹ ਤਾਂ ਹਾਂ ਕਰਕੇ ਮੈਂ ਸੋ ਗਿਆ, ਕਿਉਂਕਿ ਇਲਮੀ ਗੁਫ਼ਤਗੂ ਰੁਕ ਕੇ ਉਹਨਾਂ ਨੂੰ ਹੁਣ ਜ਼ਲੀਲ ਕੀਤਾ ਜਾ ਰਿਹਾ ਸੀ। ਤੇ ਬੱਟ ਸਾਹਿਬ ਇਹੀ ਕਹਿ ਰਹੇ ਸਨ ਜੀ ਮੈਨੂੰ ਪਤਾ ਨਹੀਂ ਇਹ ਸ਼ਰਤ ਹਰਾਮ ਹੈ, ਤੇ ਤੁਸੀਂ ਇਹ ਫਰਮਾਇਆ ਸੀ ਕਿ ਮਿਰਜ਼ਾ ਸਾਹਿਬ ਨੇ ਤੇ ਕਿਹਾ ਜੀ ਸੂਦ ਜਿਹੜਾ ਨਾ ਉਹ ਜਿਹੜਾ ਨਾ ਇਹਦੇ ਤੇ ਜਮਾਤ ਦੇ ਉੱਤੇ ਲੱਗੇ ਤੇ ਠੀਕ ਹੈਗਾ ਵਾ। ਉਹ ਉਦੋਂ ਇਸ ਤਰ੍ਹਾਂ ਦੀ ਜਦੋਂ ਗੁਫ਼ਤਗੂ ਸ਼ੁਰੂ ਹੋਈ ਤੇ ਫਿਰ ਮੈਂ ਬੰਦ ਕਰਕੇ ਸੋ ਗਿਆ। ਸੂਦ ਦਾ ਪੈਸਾ, ਕੰਜਰੀ ਦਾ ਪੈਸਾ, ਹਾਂਜੀ ਹਾਂਜੀ, ਦੋਵੇਂ ਪੈਸੇ ਮਿਰਜ਼ਾ ਸਾਹਿਬ ਲੈ ਕੇ ਲਾਏ ਨੇ। ਮੈਨੂੰ ਦੇ ਦਿਓ, ਮੈਂ ਸ਼ਾਹ ਇਸਲਾਮ ਤੇ ਲਾ ਦਿਆਂਗਾ। ਇਹ ਇੰਨਾ ਜ਼ਲੀਲ ਹੁੰਦੇ ਨੇ, ਇੰਨਾ ਜ਼ਲੀਲ ਹੁੰਦੇ ਨੇ, ਲੇਕਿਨ ਫੇਰ ਨਹੀਂ ਬਾਤ ਆਉਂਦੇ। ਪਤਾ ਨਹੀਂ ਇਹਨਾਂ ਨੇ ਬਸ ਇਹਨਾਂ ਕੀ ਦੀ ਖਾਦਾ ਕਿਸਮਤ, ਵਾ। ਇਹਨਾਂ ਦੀ ਕਿਸਮਤ 'ਚ ਜ਼ਿਲਤ ਲਿਖੀ ਗਈ ਹੈ, ਕੋਈ ਰੋਕ ਨਹੀਂ ਸਕਦਾ ਇਸ ਜ਼ਿਲਤ ਨੂੰ। ਚੰਦਾ ਸਿਸਟਰ ਆ ਗਏ ਨੇ ਮੇਰੇ ਖਿਆਲ ਹੈ ਤੇ ਓਰੀਜਨਲ ਆਈਡੀ ਤੇ। 2-3 ਦਿਨ ਪਹਿਲੇ ਸਾਨੀ ਸਾਹਿਬ ਨੇ ਜਿਹੜਾ ਇਹਨਾਂ ਨੂੰ ਜ਼ਲੀਲ ਕੀਤਾ, ਮੈਂ ਬਹੁਤ ਐਪਰੀਸ਼ੀਏਟ ਕੀਤਾ ਸਾਨੀ ਸਾਹਿਬ ਨੂੰ। ਉਹਨੇ ਸਿੰਧੂ ਨੇ ਕਹਿ ਛੱਡਿਆ ਕਿ ਉਮਤੀ ਨਬੀ ਅੱਲਾਹ ਤਾਲਾ ਨੇ ਫਰਮਾਇਆ ਕੁਰਾਨ ਦੇ ਵਿੱਚ। ਉਹਨਾਂ ਨੇ ਫਿਰ ਹੁਣ ਸਾਨੂੰ, ਉਹਨਾਂ ਨੇ, ਮੈਂ ਸਵਾਲ ਕੀਤਾ ਸੀ ਵੀ ਉਮਤੀ ਨਬੀ ਕਿੱਥੇ ਹੈ ਜੀ, ਦਿਖਾਓ ਜ਼ਰਾ ਹਦੀਸ ਕੁਰਾਨ ਦੇ ਵਿੱਚ। ਉਹਨਾਂ ਨੇ ਕਾਇਤ ਪੜ੍ਹਤੀ। ਹੁਣ ਸਾਨੂੰ, ਤੁਹਾਨੂੰ ਪਤਾ ਕਿ ਸਾਨੂੰ ਤੇ ਨਹੀਂ ਨਾ ਪਤਾ ਕਿ ਵੀ ਕੀ ਪੜਿਆ ਜਾ ਰਿਹਾ। ਸਦਕੇ ਜਾਵਾਂ ਹੁਸੈਨੀ ਸਾਹਿਬ ਦੇ, ਹੁਸੈਨੀ ਸਾਹਿਬ ਨੇ ਕਹਾ ਜੀ ਦਿਖਾ ਮੈਨੂੰ ਕਿੱਥੇ ਲਿਖਿਆ ਵਾ। ਉਹਨਾਂ ਨੇ ਜ਼ਲੀਲ ਉਹ ਖੁਆਰ ਕਰਤਾ ਉਹਨੂੰ, ਅੱਲਾਹ ਦੀ ਕਸਮ। ਹੁਸੈਨੀ ਸਾਹਿਬ ਉਹਨਾਂ ਨੂੰ ਦਾ ਹੱਕ ਆਪਣਾ ਅਦਾ ਤਰੀਕਾ ਕਰਤਾ। ਕਾਰ ਕਰਦੇ ਬੜੇ ਨੇ ਇਹਨਾਂ ਨੂੰ ਜ਼ਲੀਲ, ਲੇਕਿਨ ਉਹਨਾਂ ਦਾ ਤਰੀਕਾ ਸਾਡੇ ਨਾਲ ਮੁਖਤਲਿਫ ਹੈ। ਸਾਡੇ ਬੰਦੇ ਜਿਹੜੇ ਨੇ ਉਹ ਸਿੱਧਾ ਵਾਰ ਕਰਦੇ ਨੇ, ਉਹ ਤਰੀਕੇ ਨਾਲ ਥੱਲਿਓਂ ਕੁੰਡੀ ਪਾਉਂਦੇ ਨੇ। ਮੈਂ ਬੜਾ, ਉਹਨਾਂ ਦਾ ਆਪਣਾ ਤਰੀਕਾ। ਬਲਕਿ ਅਗਲੇ ਦਿਨ ਵੀ ਐਪਰੀਸ਼ੀਏਟ ਕੀਤਾ ਉਹਨਾਂ ਨੂੰ, ਸਾਨੀ ਸਾਹਿਬ ਨੂੰ। ਮੈਂ ਕਿਹਾ ਸਾਨੀ ਸਾਹਿਬ ਕੀ ਤਬੀਅਤ ਖੁਸ਼ ਕਰਤੀ ਤੁਸੀਂ, ਹੱਕ ਅਦਾ ਕਰਤਾ। ਮੈਂ ਉਹਨਾਂ ਤੇ ਇਸੇ ਗੱਲੇ ਮੁਤਮਿਨ ਹਾਂ ਕਿ ਮੈਂ ਪਹਿਲੇ ਦਿਨ ਤੋਂ ਉਹਨਾਂ ਨੂੰ ਜਾਣਨਾ ਤੇ ਉਹਨਾਂ ਦਾ ਤਰੀਕਾ ਜਾਣਨਾ ਤੇ ਉਹਨਾਂ ਦੇ ਅੰਦਾਜ਼ ਨੂੰ ਮੈਂ ਪੁਰਾਣਾ ਵਾਕਿਫ ਹਾਂ, WhatsApp ਤੇ ਵੀ ਸਾਣਾ। ਲੇਕਿਨ ਸਾਡੇ ਮੁਸਲਮਾਨ ਭਾਈ ਉਹਨਾਂ ਤੇ ਮੁਤਮਿਨ ਨਹੀਂ ਨਾ ਹੁੰਦੇ, ਤੇ ਜਾ ਕੇ ਫਟੋਫਟ ਬੰਦੇ ਦੀ ਪਹਿਲਾਂ ਇੰਟਰੋਗੇਸ਼ਨ ਕਰਦੇ ਨੇ, ਉਹਦੀ ਜੇਬ ਤਲਾਸ਼ੀ ਲੈਂਦੇ ਨੇ। ਹਾਂ ਵੀ ਦੱਸ ਤੇਰੇ ਕੋਲ ਅਕੀਦਾ ਕਿਹੜਾ ਹੈ, ਤੇਰਾ ਅਕੀਦਾ ਤੇ ਸਭ ਦੇ ਸਾਹਮਣੇ ਬਿਆਨ ਕਰ। ਤੂੰ ਮੁਨਕਰ ਹਦੀਸ ਤੇ ਨਹੀਂ, ਤੂੰ ਈਸਾ ਅਲੈਹਿਸ ਸਲਾਮ ਦੇ ਨਜ਼ੂਲ ਦਾ ਮੁਨਕਰ ਤੇ ਨਹੀਂ, ਤੂੰ ਕੀ ਹੈ ਬਈ ਦੱਸੋ। ਇਹੋ ਜਿਹਾ ਮਸਲਾ ਤੇ ਉਸ ਬੰਦੇ ਨੂੰ ਜਾ ਕੇ ਪੁੱਛਣਾ ਚਾਹੀਦਾ ਹੈ ਜਿਹਨੇ ਇਸਲਾਮ ਦੇ ਵਿੱਚ ਤਫਰਕਾ ਪਾਇਆ ਹੈ, ਫਿਤਨੇ ਦਾ ਖਤਰਾ ਉਹਦੀ ਗੱਲ ਨਾਲ, ਜਾਂ ਕੋਈ ਉਹ ਆਪਣੇ ਅਕੀਦੇ ਦਾ ਪ੍ਰਚਾਰ ਪਿਆ ਕਰਦਾ ਹੈ। ਅਗਰ ਇੱਕ ਬੰਦਾ ਆਪਣੇ ਅਕੀਦੇ ਦਾ ਨਾ ਪ੍ਰਚਾਰ ਪਿਆ ਕਰਦਾ ਹੈ, ਨਾ ਉਹਦੀ ਕੋਈ ਫਾਲੋਇੰਗ ਹੈ, ਨਾ ਉਹ ਕੋਈ ਲੈ ਕੇ ਤਹਿਰੀਕ ਪੈ ਚਲਾਉਂਦਾ ਹੈ, ਤੁਸੀਂ ਕਾਹਦੇ ਲਈ ਹਰ ਬੰਦੇ ਦੀ ਜਾ ਕੇ ਜੇਬਾਂ ਚੈੱਕ ਕਰਦੇ ਹੋ? ਦੱਸ ਭਾਈ ਤੇਰੇ ਅਕੀਦੇ 'ਚ ਕੀ ਸ਼ਾਮਲ ਹੈ? ਕਸਮਾਂ ਨੂੰ ਕਹੇ ਜੋ ਮਰਜ਼ੀ ਸ਼ਾਮਲ ਹੋਵੇ। ਇੱਥੇ ਸਾਡੇ ਨਾਲ ਬੰਦੇ ਬੈਠੇ ਹੁੰਦੇ ਨੇ ਦਿਹਾੜੀ, ਕੋਈ ਈਸਾ ਅਲੈਹਿਸ ਸਲਾਮ ਦੇ, ਉਹ ਮੁੰਡਾ ਅਗਲੇ ਦਿਨ ਮਿਲਿਆ, ਕਹਿੰਦਾ ਮੈਂ ਇਸਲਾਮ ਕਬੂਲ ਕੀਤਾ ਤੇ ਕਹਿੰਦਾ ਮੈਂ ਨਾ ਈਸਾ ਅਲੈਹਿਸ ਸਲਾਮ ਦੇ ਆਉਣ ਦਾ ਕਾਇਲ ਹਾਂ, ਨਾ ਮੁਹੰਮਦ ਮਹਿਦੀ ਦੇ ਆਉਣ ਦਾ ਕਾਇਲ ਹਾਂ, ਤੇ ਇਸਲਾਮ ਮੈਂ ਕਬੂਲ ਕੀਤਾ, ਮਰਜ਼ਾਈਅਤ ਛੱਡਤੀ। ਮੈਂ ਚਲ ਠੀਕ ਹੈ, ਜੋ ਛੱਡਤਾ ਹੀ ਉਹ ਵੀ ਠੀਕ ਹੈ, ਜੋ ਕਬੂਲ ਕਰ ਲਿਓ ਵੀ ਠੀਕ ਹੈ। ਲੱਗੇ ਰਹਿਣ ਲੋਕ ਆਪਣੇ, ਅਸੀਂ ਕੋਈ ਉਹਨਾਂ ਨਾਲ ਸਾਕਾਦਾਰੀ ਕਰਨ ਲੱਗੇ ਆ। ਬਹਰਹਾਲ ਸੈਣੀ ਸਾਹਿਬ ਦੇ ਅਗਰ ਨਾਲ ਸਾਨੂੰ ਕੋਈ ਇਖਤਲਾਫ ਹੈ, ਵੀ ਸਾਨੂੰ ਉਹਨੂੰ ਤਾਂ ਭੰਡਣਾ ਚਾਹੀਦਾ ਹੈ ਤੇ ਤਾਂ ਉਹਨਾਂ ਦੇ ਪਿੱਛੇ ਲੱਗਣਾ ਚਾਹੀਦਾ ਜੇ ਉਹ ਆਪਣੇ ਅਕੀਦੇ ਨੂੰ ਫੈਲਾਓ ਵਾਸਤੇ ਕੋਈ ਪ੍ਰਚਾਰ ਪੇ ਕਰਦੇ ਨੇ। ਉੱਥੇ ਬਹਿ ਕੇ ਬਰਾੜ ਤੇ ਪਿਆਂਦੇ ਨੇ ਵੀ ਇਹ ਮੇਰਾ ਅਕੀਦਾ ਤੇ ਉਮਤ ਨਾਲੋਂ ਹਟ ਕੇ ਤੇ ਮੈਂ ਮੁਸਲਮਾਨ ਹਾਂ ਤੇ ਮੈਂ ਅਕੀਦਾ ਪਿਆ ਬਿਆਨ ਕਰਨਾ, ਤੁਸੀਂ ਇਹ ਅਕੀਦਾ ਫਾਲੋ ਕਰੋ। ਅਗਰ ਉਹ ਇਹਨਾਂ ਨੂੰ ਕਿਸੇ ਤਰੀਕੇ ਨਾਲ ਜ਼ਿਚ ਕਰਦੇ ਨੇ ਪਏ, ਭਾਵੇਂ ਉਹ ਕਿਸੇ ਵੀ ਆਪਣਾ ਉਹਨਾਂ ਦਾ ਤਰੀਕਾ, ਉਹ ਆਂਦੇ ਮਿਰਜ਼ਾ ਸਾਹਿਬ ਦਾ ਦਾਵਾ ਨਬੂਵਤ ਦਾ ਮਨਵਾਹ ਹੈ ਕਿੱਥੇ? ਇਹ ਜਿਹੜਾ ਦਾਵਾ ਲੈ ਕੇ ਜਾਂਦੇ ਨੇ ਅੱਗੇ ਇਨਕਾਰ ਵੀ ਨਾਲ ਹੀ ਲਿਖਿਆ ਹੁੰਦਾ। ਤੇ ਉਹ ਮੈਂ ਹੱਸ ਕੇ ਥੱਲੇ ਮੈਂ ਕਿਹਾ ਵੀ ਇਹ ਵੀ ਤਰੀਕਾ ਠੀਕ ਹੈ, ਸੈਣੀ ਸਾਹਿਬ ਦਾ ਆਪਣਾ ਤਰੀਕਾ ਹੈ। ਲੇਕਿਨ ਇਹਦਾ ਇਹ ਨਹੀਂ ਮਤਲਬ ਕਿ ਸੈਣੀ ਸਾਹਿਬ ਇਸ ਗੱਲ ਦੇ ਕਾਇਲ ਨਹੀਂ ਹਨ ਕਿ ਮਿਰਜ਼ਾ ਸਾਹਿਬ ਨਬੂਵਤ ਦਾ ਦਾਵਾ ਨਹੀਂ ਕੀਤਾ। ਉਹਨੇ ਕੀਤਾ ਹੈ ਤੇ ਨਾਲ ਹੀ ਅਗਲੇ ਫਿਕਰੇ 'ਚ ਐਗਜ਼ਿਟ ਵੀ ਕੀਤਾ ਹੁੰਦਾ ਹੈ। ਯਾਨੀ ਇੱਕ ਬੰਦਾ ਮੁਤਨਾਕਸ ਬਿਆਨਾਤ ਦਾਗਦਾ ਰਿਹਾ, ਇਹ ਉਹਨਾਂ ਦਾ ਮੌਕਫ। ਅਸੀਂ ਉਹਨਾਂ ਦੇ ਮੱਥੇ ਲਾ ਦਈਏ ਮਿਰਜ਼ਾ ਸਾਹਿਬ ਦੇ ਤੇ ਉਹ ਦਾਅਵੇ ਦੇ ਕਾਇਲ ਹੀ ਨਹੀਂ ਹਨ। ਅੱਛਾ ਬਹਰਹਾਲ ਚਲੋ, ਚੰਦਾ ਸਿਸਟਰ ਆਏ ਨੇ, ਐਵੇਂ ਮੈਂ ਜ਼ਿਆਦਾ ਲੰਮੀ ਗੱਲ ਕਰਤੀ। ਸਾਡੇ ਬੰਦਿਆਂ ਨੂੰ ਕਈਆਂ ਨੂੰ ਨਾ ਚੰਦਾ ਬੜਾ ਸਿਸਟਰ ਨੇ ਬੜੀ ਇਮਾਨ ਅੱਛੀ ਜੋਸ਼ ਇੱਕ ਵੀਡੀਓ ਪੋਸਟ ਕੀਤੀ ਹੈ ਜਿਹਦੇ 'ਚ ਕਾਦੀਆਨੀ ਮੁਸਲਮਾਨ ਹੋਇਆ 17.5-18 ਸਾਲ ਉਹਨੇ, ਜਿਹੜੀ ਨੇ ਤਹਿਕੀਕ ਕਰਨ ਦੇ ਬਾਅਦ, ਔਰ ਮਾਸ਼ਾਅੱਲਾ ਉਹਦਾ ਕਾਫੀ ਕਬੀਲਾ, ਆਈ ਥਿੰਕ 76% ਪੀਪਲ ਉਹਨੇ ਕਿਹਾ ਵੀ ਮੁਸਲਮਾਨ ਕੀਤੇ ਨੇ। ਉਹ ਬੜੀ ਅੱਛੀ ਆਪਣਾ ਇੱਕ ਵੀਡੀਓ ਉਹਨਾਂ ਨੇ ਕੱਲ ਮੈਂ ਇਹਨਾਂ ਦੀ ਦੇਖੀ ਹੈ ਮਾਸ਼ਾਅੱਲਾ। ਹਾਂਜੀ ਹਾਂਜੀ ਬਿਲਕੁਲ। ਔਰ ਅਗਰ ਇਹ ਹਾਂ ਪੜਨ ਨਾ ਰਾਣਾ ਭਾਈ ਤੇ
ਅਸਲਾਮ ਅਲੈਕੁਮ। ਸਭ ਤੋਂ ਪਹਿਲੇ ਇਹ ਪੜਨ ਤੇ ਇਹਨਾਂ ਨੂੰ ਪਤਾ ਚੱਲੇ ਕਿ ਕਿੰਨੇ ਜ਼ਿਆਦਾ ਤਨਾਕਸ ਨੇ, ਯਾਨੀ ਕਿ ਫਿਰ ਸਕੂਨ ਪੁਰਸਕੂਨ ਜ਼ਿੰਦਗੀ ਨਹੀਂ ਗੁਜ਼ਾਰ ਸਕਦੇ। ਜਿਸ ਤਰ੍ਹਾਂ ਇਹ ਸਾਨੂੰ ਬਚਪਨ 'ਚ ਸ਼ਖਸੀਅਤ ਪ੍ਰਸਤੀ ਦਾ ਇੱਕ ਬਹੁਤ ਜ਼ਿਆਦਾ ਪਾਇਆ ਜਾਂਦਾ ਸੀ ਨਾ, ਇਹ ਜਿਹੜਾ ਸਰ ਜ਼ਫਰੁੱਲਾ ਖਾਨ ਔਰ ਡਾਕਟਰ ਅਬਦੁਲ ਸਲਾਮ ਦੇ ਬਾਰੇ 'ਚ ਸ਼ਖਸੀਅਤ ਨੂੰ ਇੱਕ ਕਿਸਮ ਦਾ ਪੂਜਾ ਪਾਠ ਹੀ ਹੋ ਗਈ ਕਿ ਬਹੁਤ ਜ਼ਿਆਦਾ ਅਕੀਦਤ ਨਾਲ ਉਹਨਾਂ ਨੂੰ ਦੇਖਣਾ, ਉਹਨਾਂ ਦੀ ਫੋਟੋ ਰੱਖਣੀ ਘਰ ਵਿੱਚ, ਬੜਾ ਮਤਲਬ ਪਖੰਡ। ਲੇਕਿਨ ਜਦੋਂ ਉਹਨਾਂ ਨੂੰ ਜ਼ਿਆਉਲ ਹਕ ਦੇ ਨਾਲ ਮਿਲਣ ਦਾ ਮੌਕਾ ਮਿਲਿਆ, ਡਾਕਟਰ ਅਬਦੁਲ ਸਲਾਮ ਨੂੰ, ਤੇ ਜ਼ਿਆਉਲ ਹਕ ਨੇ ਤਾਰੀਖ ਤੁਸੀਂ ਹੁਣ ਤੇ ਆਸਾਨੀ ਹੈ ਨਿਕਾਲ ਕੇ ਦੇਖੋ, ਜਦੋਂ ਨਿਕਾਲ ਕੇ ਉਹਨਾਂ ਨੇ ਤਜ਼ਕਰਾ ਕਿਤਾਬ ਲਿਆਂਦੀ, ਉਹਦੇ 'ਚ ਇਹ ਚੀਜ਼ਾਂ ਦੱਸੀਆਂ ਕਿ ਇਹ ਦੇਖ ਮਿਰਜ਼ੇ ਨੇ ਲਿਖਿਆ ਇੰਨਾ ਨਜ਼ਲਨਾ ਮਿਨ ਕਰੀਬਨ ਕਾਦੀਆਨ, ਇਸ ਤਰ੍ਹਾਂ ਕਰਕੇ ਨਾ, ਤੇ ਇਹ ਕੀ ਹੈ। ਤੇ ਉਹ ਜਿਹੜੇ ਕਹਿੰਦੇ ਨੇ ਡਾਕਟਰ ਅਬਦੁਲ ਸਲਾਮ ਸੀ, ਉਹਨੂੰ ਬਿਲਕੁਲ ਕਿਸੇ ਵੀ ਗੱਲ ਦਾ ਨਹੀਂ ਸੀ ਪਤਾ, ਸਿਫਰ ਉਹਦਾ ਨੌਲੇਜ ਸੀ ਮਿਰਜ਼ੇ ਦੇ ਬਾਰੇ 'ਚ, ਸਿਫਰ। ਯਾਨੀ ਕਿ ਉਹ ਆਪਣੇ ਡਿਫੈਂਡ ਲਈ ਕੁਝ ਕਹਿ ਹੀ ਨਹੀਂ ਸਕਿਆ ਜ਼ਿਆਉਲ ਹਕ ਦੇ ਸਾਹਮਣੇ, ਔਰ ਆਪਣੇ ਵੱਲੋਂ ਰਿਜ਼ਾਈਨ ਕਰਕੇ ਉਹਨੇ ਬਹੁਤ ਵੱਡਾ ਇਹ ਮਾਰਕਾ ਮਾਰਿਆ ਸੀ ਕਿ ਮੈਂ ਕੀ ਜਾਣਦਾ ਪਾਕਿਸਤਾਨ ਦੇ ਅਹੁਦਿਆਂ ਨੂੰ, ਮੈਂ ਰਿਜ਼ਾਈਨ ਕਰ ਰਿਹਾ। ਤੇ ਇਹਨਾਂ ਦਾ ਜਿਹੜਾ ਮੁਤਾਲਿਆ ਹੈ ਨਾ, ਉਹ ਸਿਫਰ ਹੈ। ਔਰ ਮੈਂ ਅਮਰ ਭਾਈ ਦੀ ਗੱਲ ਨਾਲ 100% ਐਗਰੀ ਕਰਦੀ ਹਾਂ ਕਿ ਇਹ ਬਚਪਨ ਤੋਂ ਹੈ ਜਿਹੜਾ ਤਾਇਫ ਵਾਲਾ ਵਾਕਿਆ, ਉਹ ਔਰਤ ਕੂੜਾ ਸੁੱਟਦੀ ਸੀ, ਨਬੀ ਕਰੀਮ ਹੱਸਦੇ ਸੀ, ਫਿਰ ਉਹ ਆਈ ਨਹੀਂ, ਇੱਕ ਦਿਨ ਕੂੜਾ ਨਹੀਂ ਸੁੱਟਿਆ, ਫਿਰ ਉਹ ਘਰ ਚਲੇ ਗਏ, ਫਿਰ ਕੱਪੜਿਆਂ ਦਾ ਉਹਨਾਂ ਨੂੰ ਪਤਾ ਨਹੀਂ ਸੀ ਹੁੰਦਾ, ਗੰਦੇ ਮੰਦੇ ਕੱਪੜੇ ਨਾਉਜ਼ੁਬਿਲਲਾ ਰੱਖਦੇ ਸਨ, ਜੁੱਤੀਆਂ ਪਾਟੀਆਂ ਹੁੰਦੀਆਂ ਸਨ, ਬਸ ਇੰਜੀ ਨੱਠ ਕੇ ਉਹਦੇ ਉੱਤੇ ਪਹਾੜ ਤੇ ਚੜ ਜਾਂਦੇ। ਮਤਲਬ ਇਸ ਕਿਸਮ ਦੇ ਜਦੋਂ ਤੁਸੀਂ ਬਚਪਨ 'ਚ ਆਪਣੇ ਬੱਚਿਆਂ ਦੇ ਜ਼ਿਹਨ 'ਚ ਪਰਸਨੈਲਿਟੀ ਪਾਓਗੇ ਤੇ ਉਹ ਤੁਹਾਡੇ ਜ਼ਿਹਨ 'ਚ ਉਹੀ ਚੀਜ਼ਾਂ ਵੱਧਦੀਆਂ ਜਾਣਗੀਆਂ। ਜਿਸ ਤਰ੍ਹਾਂ ਤਾਇਫ ਦਾ ਵਾਕਿਆ, ਇਸ ਤਰ੍ਹਾਂ ਮਾਰਿਆ, ਅੱਗੋਂ ਬਿਲਕੁਲ ਨਹੀਂ ਬੋਲੇ, ਖੂਨ ਨਾ ਭਰ ਗਏ, ਇੱਧਰ ਗਿਰ ਗਏ, ਉੱਧਰ ਦਰਖਤ ਦੇ ਨੀਚੇ ਬਸ ਬੇਹੋਸ਼ ਹੋ ਗਏ, ਅੰਗੂਰ ਲੋਕਾਂ ਨੇ ਮੂੰਹ 'ਚ ਪਾਏ, ਬਸ ਐਸਾ। ਯਾਨੀ ਕਿ ਇਸ ਕਿਸਮ ਇਹ ਥੋੜੇ ਦਿਨ ਪਹਿਲੇ ਵੀ ਨਾ ਇੱਕ ਸੁਬਹ ਦੇ ਟਾਈਮ ਸਾਹਿਬ ਜੀ ਆਈਡੀ ਹੈ, ਉਹਨੇ ਮੈਨੂੰ ਬਚਪਨ ਯਾਦ ਕਰਵਾ ਦਿੱਤਾ। ਉਹ ਪਿਆਰੇ ਬੱਚੋ ਕਰਕੇ ਮੁਖਾਤਬ ਕਰਕੇ ਕਹਿ ਰਿਹਾ, प्यारे बच्चों देखो हमारे नबी की जो है ना अदा देखो, ਉਹ ਤੇ ਸ਼ੁਰੂਆਤ ਦਾ ਜ਼ਮਾਨਾ ਸੀ ਜਦੋਂ ਉਹ ਪਾਵਰ ਚ ਆ ਗਏ, ਕਿਸੇ ਦੀ ਜ਼ਰੂਰਤ ਨਹੀਂ ਸੀ ਉਹਨਾਂ ਦੀ ਚਾਦਰ ਨੂੰ ਕੋਈ ਟੱਚ ਕਰ ਸਕੇ, ਤਲਵਾਰਾਂ ਨਿਕਲ ਆਉਂਦੀਆਂ ਸੀ। ਤੇ ਗੱਲ ਇਹ ਹੈ ਕਿ ਉਹ ਪੜ੍ਹਾਈ ਦੇ ਨਾਲ ਇਹਦਾ ਬਹੁਤ ਜ਼ਿਆਦਾ ਤਾਲੁਕ ਹੈ। ਪੈਦਾਇਸ਼ੀ ਕਾਦੀਆਨੀ ਤੇ ਜਿਹੜੇ ਨੇ ਉਹ ਵਿਚਾਰੇ ਪੈਦਾਇਸ਼ੀ ਹੀ ਅੰਨੇ ਨੇ, ਨਬੀਨੇ ਨੇ, ਉਹਨਾਂ ਨੂੰ ਕੁਛ ਵੀ ਨਹੀਂ ਨਜ਼ਰ ਆਉਂਦਾ। ਹਾਂਜੀ ਰਾਣਾ ਭਾਈ ਗੱਲ ਕਰੋ। ਨਹੀਂ ਸਰ, ਬਹੁਤ ਬਿਲਕੁਲ ਸਹੀ ਗੱਲ ਕਰ ਰਹੇ ਹੋ। ਜਦੋਂ ਸੁਲਹ ਹੁदैबिया ਦੇ ਮੌਕੇ ਤੇ ਉਰਵਾ ਬਿਨ ਮਸਊਦ ਨਾਲ ਗੱਲ ਹੋਣ ਲੱਗੀ ਸੀ ਤੇ ਉਹ ਦਾੜੀ ਵਾਲਾ ਹੱਥ ਵਧਾਉਂਦੇ ਸੀ, ਨਬੀ ਅਲੈਹਿਸ ਸਲਾਮ ਦੀ ਦਾੜੀ ਨੂੰ ਹੱਥ ਲਾਉਂਦੇ ਸੀ। ਆਮ ਬੰਦਿਆਂ ਦੀ ਆਦਤ ਹੁੰਦੀ ਗੱਲ ਕਰਦਿਆਂ ਹੋਇਆ, ਉਹਨਾਂ ਦਾ ਕਲਚਰ ਵੀ ਸੀ। ਤੇ ਜਿਹੜੇ ਸਾਹਬੀ ਰਸੂਲ ਪਿੱਛੇ ਖਲੋਤੇ ਸਨ, ਨਬੀ ਅਲੈਹਿਸ ਸਲਾਮ ਨੇ ਦਸਤਾ ਮਾਰਿਆ, ਉਹਨਾਂ ਹੱਥ ਪਿੱਛੇ ਰੱਖ, ਮੈਂ ਤੇਰਾ ਹੱਥ ਵੱਢ ਦਿਆਂਗਾ ਅਗਰ ਹੱਥ ਅੱਗੇ ਕੀਤੇ। ਇਹ ਉਹੀ ਨਬੀ ਸਨ। ਲੇਕਿਨ ਬਹਰਹਾਲ ਬਿਲਕੁਲ। ਔਰ ਇਹਨਾਂ ਦੇ ਬੱਚੇ ਪਤਾ ਨਹੀਂ ਕਿਉਂ ਨਹੀਂ ਗੂਗਲ ਤੇ ਸਰਚ ਕਰਨ ਤੇ ਸਾਡੇ ਪ੍ਰੋਫਿਟ ਦੀ ਜ਼ਿੰਦਗੀ ਜਿਹੜੀ ਹੈ ਕਿੰਨੇ ਸ਼ੋਬਿਆਂ 'ਚ ਨੰਬਰ 1 ਤੇ ਆਂਦੀ ਹੈ, ਆਲ ਦਾ ਵਰਲਡ। ਔਰ ਇਮਾਮ ਅਲੀ अलैहिस्सलाम ਦਾ ਜਿਹੜਾ ਹੈ ਮੁਕਾਮ, ਉਹ ਬਹਾਦਰ ਤਰੀਨ ਸ਼ਖਸ ਦੁਨੀਆ ਦਾ, ਵਰਲਡ ਦਾ। ਤੁਸੀਂ ਇਹ ਗੂਗਲ ਤੇ ਵੀ ਸਰਚ ਕਰਨ ਇਹਨਾਂ ਦੇ ਬੱਚੇ ਤੇ ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ, ਇਹ ਤੇ ਚਲੋ ਇਹਨਾਂ ਦੀਆਂ ਇਜਾਦਾਤ ਨੇ ਨਾ, ਉਹ ਕਰ ਸਕਦੇ ਨੇ। ਜਿਸ ਤਰ੍ਹਾਂ ਖੂਬਸੂਰਤੀ ਵਿੱਚ ਉਹਨਾਂ ਨੇ ਲਿਖਿਆ ਹੋਇਆ ਕਿ ਸਭ ਤੋਂ ਮਤਲਬ ਜਿਨ੍ਹਾਂ ਨੇ ਹੁਸਨ ਦੇਖਿਆ ਉਹ ਹਜ਼ਰਤ ਯੂਸਫ अलैहिस्सलाम ਦਾ ਸੀ। ਲੇਕਿਨ ਡੀਸੈਂਟ ਪਰਸਨੈਲਿਟੀ, ਪਾਵਰਫੁਲ ਪਰਸਨੈਲਿਟੀ, ਔਰ ਐਸੀ ਪਰਸਨੈਲਿਟੀ ਜਿਹੜੀ ਸਿਹਰ ਅੰਗੇਜ਼ ਹੋਏ, ਜਿਹੜੀ ਜਾਦੂ ਇੱਕ ਆਪਣੇ ਅੰਦਰ ਆਦੀ ਹੋਏ, ਉਹ ਸਾਡੇ ਜਿਹੜੇ ਨਬੀ ਮੁਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ, ਉਹਨਾਂ ਦੀ ਪਰਸਨੈਲਿਟੀ ਆਂਦੀ ਹੈ। ਔਰ ਇਹ ਪੜ੍ਹੇ ਲਿਖੇ ਹੋ ਕੇ ਵੀ ਮੈਨੂੰ ਤੇ ਹੈਰਤ ਹੈ, ਇਹ ਜ਼ਰਾ ਜਿਹਾ ਵੀ ਸਰਚ ਨਹੀਂ ਕਰਦੇ। ਅੱਛਾ, ਪਿਛਲੇ ਦਿਨਾਂ 'ਚ ਇਹਨਾਂ ਨੇ ਰੋਲਾ ਪਾਇਆ ਸੀ ਇਸਲਾਮ ਦਾ ਖਲੀਫਾ ਕੱਢੋ ਨਾ ਗੂਗਲ 'ਚੋਂ ਤੇ ਅੱਗੇ ਮਿਰਜ਼ਾ ਮਸਰੂਰ ਆ ਜਾਏਗਾ, ਉਹ ਆ ਜਾਏਗਾ। ਉਹ ਦੇਖੋ, ਇਸਲਾਮੀ ਤੁਸੀਂ ਲਿਖੋ ਹਿਸਟਰੀ, ਕੋਈ ਵੀ ਨਹੀਂ ਆਂਦਾ। ਉਹ ਸਾਡੇ ਖੁਲਫਾਏ ਰਾਸ਼ਦੀਨ ਹੀ ਆਣਗੇ, ਉਸ ਤੋਂ ਬਾਅਦ ਜਿਹੜੀ ਦੂਸਰੇ ਮਤਲਬ ਚੱਲੇ। ਲੇਕਿਨ ਸਭ ਤੋਂ ਪਹਿਲੇ ਇਹ ਬਕਵਾਸ ਹੈ, ਸਭ ਝੂਠ ਦਾ ਤੂਫਾਨ ਹੈ, ਔਰ ਕੁਛ ਵੀ ਨਹੀਂ। ਮੈਂ ਅਰਜ਼ ਕਰਨ ਲੱਗਾ ਸੀ ਕਿ ਜਿਹੜਾ ਬੱਚੇ ਦਾ ਦਿਮਾਗ ਹੁੰਦਾ ਹੈ ਨਾ, ਉਹ ਕੋਰੇ ਕਾਗਜ਼ਾਰ ਹੁੰਦਾ ਹੈ।
ਵਾਈਟ ਪੇਪਰ ਆ ਹੁੰਦਾ ਹੈ। ਉਹਦੇ ਤੇ ਤੁਸੀਂ ਜਿਹੜੀ ਗੱਲ ਪਹਿਲਾਂ ਨਕਸ਼ ਕਰ ਦਿਓਗੇ ਨਾ, ਉਹੀ ਉਹਦਾ, ਜਿਸ ਤਰ੍ਹਾਂ ਕਹਿੰਦੇ ਨੇ ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ, ਉਹ ਬੱਚੇ ਦੇ